ਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ ਬਿਗਨ ਕੇ ਨਾਸਕ। ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਹੋਈ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ। ਦੋਹਰਾ ਤ੍ਰੈ ਸੰਧਿਆ ਕਰਨੀ ਧਰ ਪ੍ਰੀਤ ਦੇਵਲ ਪਾਹਿਨ ਪੂਜਨ ਰੀਤ। ਇਤ ਦਾਇਕ ਹਿੰਦੂ ਨ ਪਰਵਾਨਾ ਹਮ ਦੋਨੋਂ ਕੋ ਜਾਨ ਸਮਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਪਿਛਲੇ ਦਿਨੀ, ਜਦੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਂਦੇੜ ਸਾਹਿਬ ਹਜ਼ੂਰ ਸਾਹਿਬ ਵਿਰਾਜਮਾਨ ਹਨ। ਦੀਵਾਨ ਸਜਿਆ ਹੈ ਜਾਹੋ ਜਲਾਲ ਦੇ ਵਿੱਚ ਸਤਿਗੁਰੂ ਦੀਵਾਨ ਵਿੱਚ ਵਿਰਾਜਮਾਨ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ। ਤਾਂ ਉਹਨਾਂ ਦੇ ਕੋਲ ਬਹਾਦਰ ਸ਼ਾਹ ਆਉਂਦਾ ਹੈ, ਨਮਸਕਾਰ ਕਰਕੇ ਮੱਥਾ ਟੇਕ ਕੇ ਬੈਠ ਜਾਂਦਾ ਹੈ ਅਤੇ ਫਿਰ ਬੇਨਤੀ ਕਰਦਾ, ਜੀ ਮੈਂ ਹੁਣ ਜਾਣਾ ਚਾਹੁੰਦਾ ਹਾਂ। ਲਗਭਗ ਦੱਖਣ ਦੇ ਸਾਰੇ ਰਾਜੇ ਜਿਹੜੇ ਹਨ ਮੈਂ ਆਪਣੇ ਅੰਡਰ ਕਰ ਲਏ ਹਨ, ਮੈਂ ਆਗਿਆ ਲੈਣ ਆਇਆ ਸੀ। ਕਹਿਣ ਲੱਗੇ ਠੀਕ ਹੈ ਭਾਈ, ਪਰ ਮੈਂ ਇੱਕ ਬਚਨ ਪੁੱਛਦਾ ਸੀ ਮਹਾਰਾਜ ਕੀ ਵੀ ਹਿੰਦੂਆਂ ਦਾ ਧਰਮ ਜਿਹੜਾ ਉਹ ਕੱਚਾ ਹੀ ਹੈ ਮਹਾਰਾਜ। ਦੇਖੋ ਮੂਰਤੀ ਪੂਜਾ ਕਰਦੇ ਹੈ, ਪੱਥਰ ਪੂਜਾ ਕਰਦੇ ਹਨ, ਇਹ ਠੀਕ ਨਹੀਂ ਹੈ। ਉਹਦਾ ਖਿਆਲ ਸੀ ਕਿ ਸ਼ਾਇਦ ਸਤਿਗੁਰੂ ਪਾਤਸ਼ਾਹ ਜੀ ਸਾਡੇ ਧਰਮ ਨੂੰ ਚੰਗਾ ਕਹਿ ਕੇ ਤੇ ਉਹਨਾਂ ਦੇ ਧਰਮ ਨੂੰ ਕੱਟਣਗੇ। ਪਰ ਸਤਿਗੁਰੂ ਪਾਤਸ਼ਾਹ ਜੀ ਦਾ ਜਵਾਬ ਹੈ ਜਿਹੜਾ ਉਹ ਸਰਬ ਕਲਾ ਸਮਰੱਥ ਹੈ, ਤੀਹੋ ਕਾਲ ਸੱਤ ਹੈ। ਪਾਤਸ਼ਾਹ ਕਹਿਣ ਲੱਗੇ ਉਹ ਮੂਰਤੀਆਂ ਪੂਜਦੇ ਆ, ਤੁਸੀਂ ਕਬਰਾਂ ਪੂਜਦੇ ਹੋ, ਕੋਈ ਫਰਕ ਨਹੀਂ ਹੈ। ਉਹ ਵਰਤ ਆਦਿ ਰੱਖਦੇ ਆ, ਤੁਸੀਂ ਰੋਜ਼ੇ ਰੱਖਦੇ ਹੋ। ਉਹ ਵੀ ਪੱਥਰ ਪੂਜਦੇ ਆ, ਤੁਸੀਂ ਪੱਥਰ ਦੀਆਂ ਕਬਰਾਂ ਪੂਜਦੇ ਹੋ। ਇਸ ਕਰਕੇ ਅਸੀਂ ਦੋਨਾਂ ਨੂੰ ਹੀ ਕੰਡਮ ਕਰਕੇ ਤੀਜਾ ਖਾਲਸਾ ਪੰਥ ਪੈਦਾ ਕੀਤਾ ਹੈ, ਜਿਹੜਾ ਕੇਵਲ ਤੇ ਕੇਵਲ ਪਰਮੇਸ਼ਰ ਨੂੰ ਅਕਾਲ ਪੁਰਖ ਨੂੰ ਮੰਨਣ ਵਾਲਾ ਹੈ। ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਬਹਾਦਰ ਸ਼ਾਹ ਨੂੰ ਇਸ ਤਰ੍ਹਾਂ ਮੇਰੇ ਪ੍ਰੀਤਮ ਜੀ ਅਨੇਕਾਂ ਤਰ੍ਹਾਂ ਦੇ ਨਾਲ ਸਮਝਾ ਰਹੇ ਸਨ। ਉਸ ਦੀ ਜਿਹੜੀ ਮਨ ਦੀ ਦਸ਼ਾ ਸੀ ਉਸ ਨੂੰ ਦੇਖ ਕਰਕੇ ਇਹ ਦੱਸਣਾ ਕੀਤਾ ਕਿ ਠੀਕ ਹੈ, ਉਹ ਹਿੰਦੂ ਮੱਤ ਵਾਲੇ ਤ੍ਰੈ ਸੰਧਿਆ ਕਰਨੀ ਧਰ ਪ੍ਰੀਤ ਸੁਬਾਹ ਦੁਪਹਿਰੇ ਸ਼ਾਮ ਨੂੰ ਪੂਜਾ ਕਰਦੇ ਹਨ। ਸੰਧਿਆ ਕਰਨੀ, ਸੰਧਿਆ ਤਰਪਨ ਕਰੇ ਗਾਇਤਰੀ, ਤਾਂ ਪੱਥਰ ਦੀ ਪੂਜਾ ਕਰਦੇ ਆ। ਤੁਸੀਂ ਕਿਹੜਾ ਘੱਟ ਹੋ, ਤੁਸੀਂ ਵੀ ਤਾਂ ਕਬਰਾਂ ਪੂਜਦੇ ਹੋ।
ਇਸ ਕਰਕੇ ਅਸੀਂ ਦੋਨਾਂ ਨੂੰ ਹੀ ਤਿਆਗ ਕੇ, ਭਗਤ ਨਾਮਦੇਵ ਜੀ ਵੀ ਕਹਿੰਦੇ ਹਨ, ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ, ਨਾਮੈ ਸੋਈ ਸੇਵਿਆ ਜੈ ਦੇਹੁਰਾ ਨਾ ਮਸੀਤ। ਮੈਂ ਉਹਨੂੰ ਪੂਜਦਾ ਹਾਂ ਜਿੱਥੇ ਨਾ ਕੋਈ ਮੰਦਰ ਹੈ ਨਾ ਮਸੀਤ ਹੈ। ਭਾਵ ਇੱਕ ਅਕਾਲ ਪੁਰਖ ਨੂੰ ਪੂਜਣ ਵਾਲੇ ਇਹ 15 ਭਗਤ ਜਿਨ੍ਹਾਂ ਦੀ ਬਾਣੀ ਪਵਿੱਤਰ ਗੁਰਬਾਣੀ ਵਿੱਚ ਦਰਜ ਹੈ, ਉਹ ਸਾਰੇ ਅਕਾਲ ਨੂੰ ਮੰਨਣ ਵਾਲੇ ਸਨ। ਭਗਤ ਕਬੀਰ ਸਾਹਿਬ ਜੀ ਦਾ ਬਚਨ ਪੜ੍ਹੀਏ ਤੇ ਉਹ ਵੀ ਕਹਿੰਦੇ ਹੈ ਕਿ ਅਸੀਂ ਵੀ ਇਹ ਦੋਨੇ ਸ਼ਰਤੇ, ਨਰਗ ਸੁਰਕ ਹਮ ਦਉ ਰਾਦੇ, ਹਮ ਕਾਹੂ ਕੀ ਕਾਨ ਨ ਕਰਤੇ ਆਪਣੇ ਗੁਰ ਪ੍ਰਸ਼ਾਦੇ। ਨਾ ਅਸੀਂ ਨਰਕਾਂ ਤੋਂ ਡਰੀਏ, ਨਾ ਸਵਰਗਾਂ ਦੀ ਇੱਛਾ ਸਾਨੂੰ। ਇਸੇ ਕਰਕੇ ਹੁਣ ਕਬੀਰ ਸਾਹਿਬ ਜੀ ਦੇ ਬਾਰੇ ਸੰਸਾਰ ਵਿੱਚ ਦੁਬਿਧਾ ਪੈ ਗਈ। ਮੁਸਲਮਾਨ ਕਹਿੰਦੇ ਹਨ ਕਿ ਨੀਰੂ ਨੀਮਾ ਮੁਸਲਮਾਨ ਹਨ, ਇਹ ਉਹਨਾਂ ਦਾ ਬੱਚਾ ਹੈ, ਇਹ ਮੁਸਲਮਾਨ ਹੈ। ਹਿੰਦੂ ਲੋਕ ਕਹਿੰਦੇ ਹਨ ਨਹੀਂ ਇਹ ਹਿੰਦੂ ਹੈ। ਕਬੀਰ ਸਾਹਿਬ ਜੀ ਕਹਿੰਦੇ ਮੈਂ ਦੋਨਾਂ 'ਚੋਂ ਹੀ ਨਹੀਂ ਹਾਂ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਹੈ ਰਾਮ ਕੇ ਪਿੰਡ ਪ੍ਰਾਣ। ਅੱਲਾ ਵੀ ਉਸੇ ਦਾ ਨਾਂ ਹੈ, ਰਾਮ ਵੀ ਉਸੇ ਦਾ ਨਾਮ ਹੈ। ਇਹ ਜਾਨ ਉਹਦੀ ਦਿੱਤੀ ਹੋਈ ਹੈ, ਅਸੀਂ ਇਹਨਾਂ ਦੋਨਾਂ ਤੋਂ ਉੱਚੇ ਹਾਂ। ਤੋ ਖੈਰ ਮੇਰੇ ਪ੍ਰੀਤਮ ਜੀ ਅੱਗੇ ਹੋਰ ਕੀ ਬਹਾਦਰ ਸ਼ਾਹ ਨਾਲ ਵਿਚਾਰ ਚਰਚਾ ਕਰਦੇ ਆ, ਇਹ ਆਪਾਂ ਹੁਣ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੰਧਿਆ ਕਰਨੀ ਧਰ ਪ੍ਰੀਤ, ਦੇਵਲ ਪਾਹਿਨ ਪੂਜਨ ਰੀਤ। ਮੇਰੇ ਪ੍ਰੀਤਮ ਜੀ ਕਹਿੰਦੇ ਤੁਸੀਂ ਪੀਰ ਬਕੰਬਰ ਜਾਨ ਸਜੋਦ, ਦੇਤ ਫਾਹਿਤਾ ਬਹੁਤ ਦਰੂਦ, ਰੋਜਾ ਬਾਂਗ ਨਿਵਾਜ ਸੁਜਾਨ, ਮੁਸਲਮਾਨ ਇਨ ਕਰੇ ਪ੍ਰਮਾਣ। ਮੁਸਲਮਾਨੀ ਮਤ ਵਿੱਚ ਇਹ ਚੀਜ਼ਾਂ ਪ੍ਰਵਾਨ ਕਰਦੇ ਆ, ਅਤੇ ਜਿਹੜੇ ਹਿੰਦੂ ਹਨ ਉਹ ਸੰਧਿਆ ਤਰਪਨ ਕਰੇ ਗਾਇਤਰੀ, ਇਹ 3 ਤਰ੍ਹਾਂ ਦੀ ਸੰਧਿਆ ਕਰਦੇ ਹਨ ਮੰਦਰ ਵਿੱਚ, ਔਰ ਪੱਥਰ ਦੀ ਮੂਰਤੀ ਨੂੰ ਪੂਜਨਾ ਕਰਦੇ ਹਨ। ਇਤਦਾਇਕ ਹਿੰਦੁਨ ਪਰਵਾਨਾ, ਹਮ ਦੋਨੋਂ ਕੋ ਜਾਨ ਸਮਾਨਾ। ਇਤਿਆਦਕ ਮਤਲਬ ਇਸ ਤਰ੍ਹਾਂ ਅਸੀਂ ਦੋਨਾਂ ਨੂੰ ਹੀ ਤਿਆਗ ਦਿੱਤਾ, ਸਾਨੂੰ ਦੋਨੇ ਠੀਕ ਨਹੀਂ ਲੱਗੇਗੇ। ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਪੀਰ ਬਹਾਵਲਦੀਨ ਪੁੱਛਦਾ ਹੈ, ਪੁੱਛਣ ਫੁੱਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਉੱਥੇ ਅਮਲਾਂ ਦੇ ਹੋਣ ਨਵੇੜੇ, ਜਾਤ ਕਿਸੇ ਪੁੱਛਣੀ ਨਹੀਂ। ਬੁੱਲੇ ਸ਼ਾਹ ਵਰਗੇ ਫਕੀਰਾਂ ਨੇ ਵੀ ਇਹੋ ਜਿਹੀਆਂ ਵਿਚਾਰਾਂ ਦਿੱਤੀਆਂ ਸੰਸਾਰ ਨੂੰ। ਤੋ ਇਸ ਕਰਕੇ ਪਾਤਸ਼ਾਹ ਕਹਿੰਦੇ ਨਾ ਸਾਨੂੰ ਹਿੰਦੂਆਂ ਦਾ ਮਤ ਸਹੀ ਲੱਗਦਾ, ਨਾ ਸੋਡਾ ਸਹੀ ਲੱਗਦਾ ਹੈ, ਤਾਂ ਤੇ ਦੋਨੇ ਤਿਆਗ ਕਰਕੇ ਜੀ ਤਿਆਗਨ ਕਰੇ ਭਾਉ ਲਖ ਬੀਜਾ, ਉਤਪਤ ਕਰੇ ਉਹ ਖਾਲਸਾ ਤੀਜਾ। ਇਹਨਾਂ ਦੋਨਾਂ ਦੇ ਵਿੱਚ ਬੀਜਾ ਹੁੰਦਾ ਦੂਜਾ ਭਾਵ, ਦਵੈਤ ਭਾਵ, ਪਰਮੇਸ਼ਰ ਨੂੰ ਛੱਡ ਕੇ। ਬੀਜੇ ਦਾ ਮਤਲਬ ਹੁੰਦਾ ਦੂਸਰਾ, ਜਿਵੇਂ ਅਲਫ ਦਾ ਮਤਲਬ ਹੈ ਇੱਕ, ਬੇ ਦਾ ਅਰਥ ਹੈ ਦੂਜਾ। ਉਰਦੂ ਦੀ ਫਾਰਸੀ ਇਸ ਭਾਸ਼ਾ ਦਾ ਇਹ ਦੂਸਰਾ ਸ਼ਬਦ ਹੈ। ਅਲਫ ਬੇ ਪੇ ਤੇ ਟੇ ਸੇ ਆਦਿ ਕਰਕੇ। ਤੋ ਬੇ ਦਾ ਮਤਲਬ ਹੁੰਦਾ ਦੂਸਰਾ, ਅਤੇ ਬੇ ਨੂੰ ਹੀ ਇੱਥੇ ਬੀਜਾ ਕਰਕੇ ਲਿਖਿਆ ਹੈ। ਕਹਿੰਦੇ ਅਸਲ ਵਿੱਚ ਦੋਨੇ ਹੀ ਪਰਮੇਸ਼ਰ ਨੂੰ ਛੱਡ ਕੇ ਦਵੈਤ ਭਾਵ ਵਿੱਚ ਹਨ। ਉਹ ਉਹਨਾਂ ਨੂੰ ਕਾਫਰ ਕਹੀ ਜਾਂਦੇ ਹੈ, ਉਹ ਉਹਨਾਂ ਨੂੰ ਜਿਹੜਾ ਹੈ ਗੁਰੂ ਪਿਆਰਿਓ ਤੁਰ ਕਹੀ ਜਾਂਦੇ ਹੈ, ਜਾਂ ਇਸ ਤਰ੍ਹਾਂ ਦੇ ਨਾਲ ਇਹ ਦੋਨੇ ਇੱਕ ਦੂਜੇ ਨੂੰ ਕੱਟਦੇ ਆ। ਇਹ ਦੋਨੇ ਹੀ ਸਹੀ ਨਹੀਂ ਹਨ। ਝੂਠੇ ਲਖ ਦੋਨੋਂ ਹਮ ਛੋਰੇ, ਪੰਥ ਅਕਾਲ ਪੁਰਖ ਕੋ ਲੋਰੇ। ਅਸੀਂ ਦੋਨਾਂ ਨੂੰ ਝੂਠੇ ਜਾਣ ਕੇ ਦੋਨੇ ਤਿਆਗ ਦਿੱਤੇ। ਅਸੀਂ ਅਕਾਲ ਦੇ ਰਸਤੇ ਤੇ ਚੱਲੇ ਹਾਂ। ਪੰਥ ਹੁੰਦਾ ਰਸਤਾ, ਅਸੀਂ ਅਕਾਲ ਪੁਰਖ ਦੇ ਰਸਤੇ ਨੂੰ ਲੋੜਦੇ ਹਾਂ, ਚਾਹੁੰਦੇ ਹਾਂ। ਬਾਦ ਪਖ ਕੋ ਸਕਲ ਬਿਨਾਸਾ, ਧਰੀ ਅਕਾਲ ਪੁਰਖ ਕੀ ਆਸਾ। ਜਿਹੜੇ ਪੱਖਪਾਤ ਵਾਲੇ ਝਗੜੇ ਆ, ਅਸੀਂ ਇਹ ਸਾਰੇ ਤਿਆਗ ਦਿੱਤੇ। ਅਸੀਂ ਪੱਖਪਾਤ ਨਹੀਂ ਕਰਦੇ, ਕਿਉਂਕਿ ਸਤਿਗੁਰਾਂ ਦੇ ਨਾਲ ਜੰਗ ਯੁੱਧਾਂ ਦੇ ਵਿੱਚ ਬਹੁਤ ਸਾਰੇ ਮੁਸਲਮਾਨਾਂ ਨੇ ਵੀ ਸਾਥ ਦਿੱਤਾ ਹੈ। ਪੀਰ ਬੁੱਧੂ ਸ਼ਾਹ ਫਕੀਰ ਵਰਗੇ, ਜਿਸ ਨੇ ਪਠਾਨਾਂ ਨੂੰ ਭਰਤੀ ਕਰਾਇਆ ਸੀਗਾ, ਪਰ ਇੱਕ ਵਾਰ ਜਦ ਜੰਗ ਦੀ ਤਿਆਰੀ ਹੋ ਗਈ, ਐਨ ਉਹ ਪਠਾਨ ਗੁਰੂ ਸਾਹਿਬ ਨੂੰ ਛੱਡ ਕੇ ਮੌਕੇ 'ਤੇ ਜਾ ਕੇ ਪਠਾਨਾਂ ਨਾਲ ਲੜ ਗਏ। ਬਾਦਸ਼ਾਹ ਨੇ ਦੱਸਿਆ ਸੂਈਆਂ ਨਹੀਂ ਜੀ, ਪਠਾਨ ਸਾਰੇ 500 ਦੇ 500 ਭੱਜ ਗਏ ਆਪਣੇ। ਅੱਛਾ, ਹੁਣ ਠੀਕ ਹੈ, ਇੱਥੋਂ ਰੋਟੀਆਂ ਖਾਂਦੇ ਰਹੇ ਗੁਰੂ ਘਰ 'ਚੋਂ, ਅਤੇ ਹੁਣ ਮੌਕੇ 'ਤੇ ਛੱਡ ਕੇ ਚਲੇ ਗਏ। ਅਤੇ ਗੁਰੂ ਪਿਆਰੋ ਪੀਰ ਜੀ ਨੂੰ ਸੁਨੇਹਾ ਭੇਜਦੇ ਆ, ਪੀਰ ਜੀ ਤੁਹਾਡੇ ਭਰਤੀ ਕਰਾਏ ਬੰਦੇ ਭੱਜ ਗਏ, ਐਨ ਹੁਣ ਲੋੜ ਸੀ ਸਾਨੂੰ। ਅਤੇ ਪੀਰ ਬੁੱਧੂ ਸ਼ਾਹ ਆਪਣੇ 700 ਚੇਲੇ
ਆਪਣੇ ਪੁੱਤਰਾਂ ਸਮੇਤ ਜੰਗ ਦੇ ਮੈਦਾਨ ਵਿੱਚ ਹਾਜ਼ਰ ਹੋ ਗਿਆ। ਕਹੋ ਸਤਨਾਮ ਗਣੀ ਖਾਂ ਨਬੀ ਖਾਂ ਭਾਈ ਮਰਦਾਨਾ ਜੀ ਰਾਏ ਬੁਲਾਰ ਸ਼ੁਰੂ ਤੋਂ ਲੈ ਕੇ 10ਵੇਂ ਜਾਮੇ ਤੱਕ ਕਿਸ ਨੇ ਮੁਸਲਮਾਨ ਵੀਰਾਂ ਨੇ ਸਤਿਗੁਰਾਂ ਦਾ ਸਾਥ ਦਿੱਤਾ। ਗੁਰੂ ਪਿਆਰਿਓ ਭਾਵ ਸੱਚ ਦਾ ਸਾਥ ਦਿੱਤਾ। ਉਹਨਾਂ ਨੂੰ ਜੋ ਸੱਚ ਲੱਗਿਆ ਉਹਨਾਂ ਨੇ ਉਸ 'ਤੇ ਪਹਿਰਾ ਦਿੱਤਾ। ਉਹਨਾਂ ਨੇ ਫਿਰ ਪੱਖਪਾਤ ਨਹੀਂ ਵੇਖਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸੀਂ ਪੱਖਪਾਤ ਦੇ ਝਗੜਿਆਂ ਨੂੰ ਛੱਡ ਕੇ ਇੱਕ ਅਕਾਲ ਪੁਰਖ ਦੇ ਨਾਲ ਜੁੜਦੇ ਹਾਂ, ਉਸੇ ਦੀ ਆਸ ਕਰਦੇ ਹਾਂ। ਜਨਮਿਓ ਅਵੈ ਖਾਲਸਾ ਨਯੋ ਬਾਲਕ ਕੀ ਮਾਨਿੰਦ ਜਗ ਥਿਓ। ਕੀ ਹੋਇਆ ਬਹਾਦਰ ਸ਼ਾਹ? ਹਜੇ ਤਾਂ ਸਾਡਾ ਖਾਲਸਾ ਪੁੱਤਰ ਜਿਹੜਾ 1699 ਵਿੱਚ ਪੈਦਾ ਕੀਤਾ ਹਜੇ ਛੋਟਾ ਹੈ, ਹਜੇ ਬੱਚਾ ਹੈ, ਭਾਵ ਹਜੇ ਸ਼ੁਰੂਆਤ ਹੈ। ਜੁਬਾ ਹੋਏ ਜਬ ਜੋਰ ਸੰਭਾਰੇ ਕਬਰ ਮੜੀ ਕੋ ਫੋੜ ਉਖਾਰੇ। ਤੇ ਜਦੋਂ ਇਹ ਸਾਡਾ ਖਾਲਸਾ ਪੰਥ ਜਵਾਨ ਹੋ ਗਿਆ, ਤਕੜਾ ਹੋ ਗਿਆ ਜਦੋਂ, ਤੇ ਫਿਰ ਇਸ ਨੇ ਮੜੀਆਂ ਮਸਾਣੀਆਂ ਬੁੱਤ ਪੂਜਾ ਆਦਿ ਸਭ ਕੰਡਮ ਕਰ ਦੇਣੀਆਂ, ਤੋੜ ਦੇਣੀਆਂ ਅਤੇ ਇੱਕ ਅਕਾਲ ਦੇ ਨਾਲ ਜੋੜਨਾ ਹੈ। ਗੁਰੂ ਪਾਤਸ਼ਾਹ ਜੀ ਨੇ ਜੋ ਭਾਈ ਗੁਰਦਾਸ ਦੀਆਂ 40 ਵਾਰਾਂ ਹਨ, ਉਹਨਾਂ ਦੇ ਵਿੱਚ ਇੱਕ 41ਵੀਂ ਵਾਰ ਹੈ ਜੋ ਦੂਜੇ ਭਾਈ ਗੁਰਦਾਸ ਦੀ ਹੈ। ਉਹ 10ਵੇਂ ਪਾਤਸ਼ਾਹ ਜੀ ਦੇ ਸਮੇਂ 'ਚ ਪੈਦਾ ਹੋਇਆ। ਉਸ ਭਾਈ ਗੁਰਦਾਸ ਜੀ ਨੇ ਵੀ ਭਾਈ ਗੁਰਦਾਸ ਪਹਿਲੇ ਦੀ ਤਰਜ਼ 'ਤੇ ਇੱਕ ਵਾਰ ਰਚੀ ਵੈ ਪ੍ਰਗਟਿਓ ਮਰਦੇ ਅਗੰਮੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਉਸ ਵਾਰ ਦੇ ਵਿੱਚ ਗੁਰੂ ਪਿਆਰਿਓ ਸਤਿਗੁਰਾਂ ਨੇ ਆਉਣ ਵਾਲੇ ਸਮੇਂ ਦੀ ਭਵਿੱਖਤ ਬਾਣੀ ਕੀਤੀ ਹੋਈ ਹੈ ਵੀ ਕਿਸ ਤਰ੍ਹਾਂ ਖਾਲਸਾ ਪੰਥ ਇੱਕ ਦਿਨ ਐਸਾ ਆਵੇਗਾ ਕਿ ਸਾਰੀ ਦੁਨੀਆ ਮੜੀਆਂ ਮਸਾਣੀਆਂ ਕਬਰਾਂ ਬੁੱਤ ਪੂਜਾ ਨੂੰ ਛੱਡ ਕੇ ਇੱਕ ਅਕਾਲ ਨੂੰ ਮੰਨਣ ਲੱਗੇਗੀ, ਖਾਲਸੇ ਦੀ ਤਰਜ਼ 'ਤੇ ਚੱਲੇਗੀ, ਸਾਡੇ ਮੁਤਾਬਕ ਚੱਲੇਗੀ। ਇਹ ਸਮਾਂ ਆਵੇਗਾ। ਤੋ ਉਸ 41ਵੀਂ ਵਾਰ ਨੂੰ ਵਿਚਾਰਨਾ ਕਰੀਏ। ਜਿਵੇਂ ਆਪਾਂ ਸਾਂਝੀ ਕਰਦੇ ਸੀ ਵਿਚਾਰ ਕੱਲ ਬਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਤੇਰੀਆਂ ਵਾਰਾਂ ਤਾਂ ਸਾਡੇ ਗ੍ਰੰਥ ਸਾਹਿਬ ਦੀ ਕੁੰਜੀ ਹੋਈ। ਜਿਨ੍ਹਾਂ ਨੇ ਬਾਣੀ ਸਮਝਣੀ ਹੈ ਉਹ ਭਾਈ ਗੁਰਦਾਸ ਜੀ ਨੂੰ ਪਹਿਲਾਂ ਸਮਝ ਲਵੇ, ਉਹਨਾਂ ਦੀਆਂ ਵਾਰਾਂ ਨੂੰ ਵਿਚਾਰ ਲਵੇ, ਪੜ੍ਹ ਲਵੇ, ਉਹਨੂੰ ਸਹਿਜੇ ਬਾਣੀ ਦੀ ਸਮਝ ਆ ਜਾਵੇਗੀ। ਤਾਂ ਦੂਸਰੇ ਭਾਈ ਗੁਰਦਾਸ ਦੀ ਲਿਖੀ ਹੋਈ 10ਵੇਂ ਪਾਤਸ਼ਾਹ ਜੀ ਦੀ ਸਿਫਤ ਵਿੱਚ ਵਾਰ, ਉਹ ਵੀ ਫਿਰ ਉਸੇ ਪੋਥੀ ਦੇ ਅਖੀਰ 'ਤੇ 41ਵਾਂ ਅੰਕ ਦੇ ਕਰਕੇ ਚੜ੍ਹਾਉਣੀ ਕੀਤੀ ਆ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਸਮਾਂ ਆਵੇਗਾ ਜਦੋਂ ਮੇਰਾ ਇਹ ਖਾਲਸਾ ਪੁੱਤਰ ਤਕੜਾ ਹੋ ਗਿਆ ਨਾ, ਇਹ ਦੇਵਲ ਬੁੱਤ ਪ੍ਰਸਤੀ ਨੂੰ ਨਹੀਂ ਮੰਨੇਗਾ। ਇਹ ਸਭ ਕਬਰਾਂ ਮੜੀਆਂ ਮਸਾਣੀਆਂ ਨੂੰ ਭੰਨ ਕੇ ਤੋੜ ਕੇ, ਜਿਵੇਂ ਬੰਦਾ ਸਿੰਘ ਬਹਾਦਰ ਨੇ ਗੁਰੂ ਪਿਆਰੋ ਸਮਾਣੇ 'ਤੇ ਹਮਲਾ ਕੀਤਾ ਤੇ ਉੱਥੇ ਇੱਕ ਮੁਸਲਮਾਨ ਪੀਰ ਦੀ ਕਬਰ ਸੀ, ਉਹਦੇ ਵਿੱਚ ਸੀ ਕਹਿੰਦੇ ਉੱਥੇ ਜਿਹੜੇ ਹਿੰਦੂ ਲੋਕ ਸਨ ਜਦੋਂ ਮਰ ਜਾਂਦੇ ਤੇ ਉਹਨਾਂ ਦਾ ਸੰਸਕਾਰ ਨਹੀਂ ਸੀ ਕਰਨ ਦਿੰਦੇ। ਤੇ ਪਰ ਬੰਦਾ ਸਿੰਘ ਬਹਾਦਰ ਨੇ ਸਮਾਣੇ ਦੇ ਸਾਰੇ ਪਠਾਣਾਂ ਨੂੰ ਖਤਮ ਕਰਕੇ ਕਹਿਣ ਲੱਗਿਆ ਇਹਨਾਂ ਦੀ ਕਬਰ ਵੀ ਪੱਟੋ। ਜਿਹੜਾ ਇਹਨਾਂ ਦੀ ਕਬਰ ਵਿੱਚੋਂ ਸਾਧ ਹੈ ਉਸ ਦੀਆਂ ਹੱਡੀਆਂ ਕੱਢੀਆਂ ਗਈਆਂ ਔਰ ਉਹਨਾਂ ਨੂੰ ਫਿਰ ਲੱਕੜਾਂ ਚਿਣ ਕੇ ਸੰਸਕਾਰ ਕੀਤਾ ਗਿਆ ਉਹਨਾਂ ਦਾ ਵੀ। ਸੋ ਖੈਰ ਪਾਤਸ਼ਾਹ ਜੀ ਦੇ ਭਵਿੱਖ ਵਤਨ ਅੱਗੇ ਵੀ ਪੂਰੇ ਹੁੰਦੇ ਰਹਿਣੇ ਹਨ। ਦੇਵਲ ਬੁੱਤ ਪ੍ਰਸਤੀ ਨੈ ਮਾਨੈ ਏਕ ਅਕਾਲ ਅਕਾਲ ਬਖਾਨੈ। ਤੋ ਜਿਹੜਾ ਮੇਰਾ ਖਾਲਸਾ ਪੁੱਤਰ ਹੈ ਇੱਕ ਅਕਾਲ ਦੀ ਹੀ ਪੂਜਾ ਕਰੇਗਾ। ਅਕਾਲ ਅਕਾਲ ਨਿਹੰਗ ਸਿੰਘਾਂ ਦਾ ਬੋਲਾ ਵੀ ਅਕਾਲ ਹੀ ਅਕਾਲ ਹੈ। ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਇਹ ਬੁੱਤ ਪੂਜਾ ਨੂੰ ਨਹੀਂ ਮੰਨੇਗਾ ਜੀ। ਅਸਿਓ ਬਦੇਸ ਜੋ ਬਾਪ ਤੁਹਾਰਾ ਪਰੇਸ਼ਾਨ ਬਿਨ ਖਰਚ ਲਚਾਰਾ। ਔਰ ਅਗਲੀ ਗੱਲ ਸੁਣ ਲਾ ਹੁਣ, ਤੇਰਾ ਜਿਹੜਾ ਬਾਪ ਵਿਦੇਸ਼ ਵਿੱਚ ਭਾਵ ਮਰ ਚੁੱਕਿਆ, ਹੁਣ ਉਹਦੇ ਕੋਲੇ ਖਰਚਾ ਨਹੀਂ ਹੈ ਤੇ ਜੀਵ ਦੇ ਕੋਲ ਖਰਚਾ ਹੈ। ਮਾਇਆ ਦਾ ਤਾਂ ਜਾਂਦਾ ਨਹੀਂ ਵੀ ਇੱਥੇ ਰਾਜਾ ਸੀਗਾ ਤੇ ਨਾਲ ਮੋਹਰਾਂ ਲੈ ਗਿਆ ਚੱਕ ਕੇ, ਉੱਥੇ ਖਰਚਾ ਕਿਹੜਾ ਜਾਂਦਾ ਫਿਰ ਮਨੁੱਖ ਦੇ ਨਾਲ। ਜੈ ਮਹਾ ਭਿਆਨ ਤਬ ਤਵੋ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ। ਜਹਾਂ ਤ੍ਰਿਖਾ ਮਨ ਤੁਝਿਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ। ਜੇ ਮਾਰ ਕੇ ਗਣੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ। ਜੇ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ। ਤਾਂ ਹਰੀ ਦੇ ਨਾਮ ਨੇ ਹੀ ਤੇਰੇ ਵਾਸਤੇ ਭੋਜਨ ਬਣ ਜਾਣਾ, ਇਸੇ ਨੇ ਲਾਈਟ ਬਣ ਜਾਣਾ, ਇਸੇ ਨੇ ਤੇਰੇ ਵਾਸਤੇ ਅੰਮ੍ਰਿਤ ਜਲ ਬਣ ਜਾਣਾ, ਇਸੇ ਨੇ ਤੇਰੇ ਵਾਸਤੇ ਧੁੱਪ ਦੇ ਵਿੱਚ ਦੁੱਖਾਂ ਦੇ ਵਿੱਚ ਸੁੱਖ ਪੈਦਾ ਕਰ ਦੇਣੇ ਆ। ਧੁੱਪ ਦੇ ਵਿੱਚ ਛਾਂ ਮਤਲਬ ਦੁੱਖਾਂ ਨੂੰ ਸੁੱਖਾਂ ਵਿੱਚ ਬਦਲ ਦੇਣਾ। ਹੁਣ ਤੇਰਾ ਬਾਪ ਜਿਹੜਾ ਮਰ ਕੇ ਵਿਦੇਸ਼ ਵਿੱਚ ਚਲਾ ਗਿਆ ਹੈ, ਭਾਵ ਜਿਹੜਾ ਕਿ ਮਰ ਚੁੱਕਿਆ ਹੈ ਤੇ ਹੁਣ ਪਤਾ ਨਹੀਂ ਕਿੱਥੇ ਹੈ, ਉੱਥੇ ਉਹ ਲਾਚਾਰ ਹੈ,
ਉਸ ਦੇ ਕੋਲ ਖਰਚਾ ਨਹੀਂ ਜੀ। ਵਿਚ ਦਰਗਾਹ ਦੇ ਖਰਚ ਖੁਆਰੇ ਹਿੰਦਨ ਕੀ ਦੇ ਦੈਂ ਖਰਚ ਪਿਛਾਰੇ। ਉਹ ਦਰਗਾਹ ਦੇ ਵਿੱਚੋਂ ਖੁਆਰ ਹੋ ਰਿਹਾ, ਦੁਖੀ ਹੋ ਰਿਹਾ, ਤੇ ਹਿੰਦੂ ਤਾਂ ਆਪਣੇ ਪਿੱਤਰਾਂ ਨੂੰ ਖਰਚਾ ਭੇਜ ਰਹੇ ਹੈ। ਵੈਸੇ ਪਾਤਸ਼ਾਹ ਇਸ ਗੱਲ ਨੂੰ ਮੰਨਦੇ ਨਹੀਂ, ਪਰ ਫਿਰ ਵੀ ਉਹਨੂੰ ਕਹਿੰਦੇ ਬਈ ਤੁਸੀਂ ਤਾਂ ਸਰਾਧ ਕਰਦੇ ਨਹੀਂ ਤੇ ਤੇਰੇ ਬਾਪੂ ਕੋਲੇ ਖਰਚਾ ਤਾਂ ਜਾਂਦਾ ਨਹੀਂ, ਉਹ ਤਾਂ ਬੜਾ ਲਾਚਾਰ ਹੈ। ਫਿਰ ਦੀਰਘ ਸਵਾਸ ਭਰੇ ਦੁਖ ਪਾਵੈ ਪਦਰ ਤੁਹਾਰ ਬਹੁਤ ਬਿਲ ਲਾਵੈ। ਤੇ ਉੱਥੇ ਉਹੀ ਮਿਲਣਾ ਜੋ ਸੰਸਾਰ ਦੇ ਵਿੱਚ ਅਸੀਂ ਕੋਈ ਦਇਆ ਕੀਤੀ ਆ, ਕਿਸੇ ਦੀ ਸੇਵਾ ਕੀਤੀ ਆ, ਕਿਸੇ ਦੀ ਮਦਦ ਕੀਤੀ ਆ। ਗੁਰੂ ਪਿਆਰਿਓ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈਏ। ਧਰਮ ਰਾਜ ਤੱਕ ਪੁੰਨ ਦਾਨ ਸਾਰੇ ਹੀ ਉਸ ਰਸਤੇ ਵਿੱਚ ਕੰਮ ਆਉਂਦੇ ਆ। ਜੇ ਕਿਸੇ ਨੂੰ ਪਾਣੀ ਦੀ ਘੁੱਟ ਪਿਆਈਏ ਤੇ ਸਾਨੂੰ ਪਾਣੀ ਮਿਲੇਗਾ, ਜੇ ਅਸੀਂ ਕਿਸੇ ਦੀ ਸੇਵਾ ਕਰੀਏ ਤੇ ਸਾਡੀ ਵੀ ਸੇਵਾ ਉਸ ਤਰ੍ਹਾਂ ਹੋਵੇਗੀ। ਸਤਿਗੁਰ ਨੂੰ ਆਪਣੀ ਵਡਿਆਈ ਭਾਵਦੀ ਗੁਰਸਿੱਖਾਂ ਕੀ। ਤਾਂ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਮਨੁੱਖ ਦੇ ਚੰਗੇ ਕਰਮ ਹੀ ਇਹਦੇ ਨਾਲ ਅੱਗੇ ਚੱਲਦੇ ਆ। ਪੁਰਾਣੇ ਸਮਿਆਂ ਦੀ ਗੱਲ ਸੀ, ਇੱਕ ਮੈਂ ਸੁਣੀ ਆ। ਇੱਕ ਬਜ਼ੁਰਗ ਜਦੋਂ ਕਿਤੇ ਜਾਂਦਾ, ਕਿਤੇ ਯਾਤਰਾ ਤੇ ਉਹ ਤੁਰ ਕੇ ਜਾਇਆ ਕਰਦੇ, ਤੇ ਉਸ ਨੇ ਆਪਣੇ ਨਾਲ 3-4 ਦਿਨਾਂ ਦਾ ਪ੍ਰਸ਼ਾਦੇ ਪਕਾ ਕੇ ਬੰਨ੍ਹ ਲੈਣੇ, ਰਸਤੇ ਵਿੱਚ ਬੇਹੇ ਹੋਣ ਤੇ ਵੀ ਗਿੱਲੇ ਗੁੱਲੇ ਕਰਕੇ ਖਾ ਲੈਣੇ। ਉਸ ਦੇ ਘਰ ਇੱਕ ਨੂੰਹ ਆ ਗਈ, ਬੜੀ ਸਿਆਣੀ ਸਚਿਆਰੀ, ਰੱਬ ਦੇ ਭਾਉ ਵਾਲੀ। ਹੁਣ ਉਹ ਜਦੋਂ ਕੋਈ ਦਰ ਦੇ ਉੱਤੇ ਪ੍ਰਸ਼ਾਦਾ ਮੰਗਦਾ, ਉਹਨੂੰ ਪ੍ਰਸ਼ਾਦਾ ਛਕਾਉਂਦੀ ਆ, ਤਾਂ ਹੌਲੀ ਹੌਲੀ ਇਹ ਗੱਲ ਫੈਲ ਗਈ ਵੀ ਫਲਾਣੇ ਪਿੰਡ ਵਿੱਚ ਫਲਾਣਿਆਂ ਦੀ ਨੂੰਹ ਬੜੀ ਚੰਗੀ ਹੈ ਭਾਈ। ਆਏ ਗਏ ਨੂੰ ਭੁੱਖੇ ਪ੍ਰਸ਼ਾਦੇ ਨੂੰ, ਭੁੱਖੇ ਮਨੁੱਖ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੀ ਆ। ਤੇ ਉਸ ਤੋਂ ਬਾਅਦ ਜਦੋਂ ਕਿਤੇ ਉਹ ਬਜ਼ੁਰਗ ਕਿਧਰੇ ਯਾਤਰਾ 'ਤੇ ਜਾਣ ਲੱਗੇ ਆ, ਕਹਿਣ ਲੱਗੇ ਆ, ਬੇਟਾ ਮੈਨੂੰ 10 ਵੀ ਪ੍ਰਸ਼ਾਦੇ ਪਕਾ ਦੇ, ਮੈਂ ਯਾਤਰਾ 'ਤੇ ਜਾਣਾ। ਉਹ ਕਹਿਣ ਲੱਗੀ, ਬਾਪੂ ਕਾਹਦੇ ਵਾਸਤੇ? ਤੇ ਬੇਟਾ ਗਾਂ ਭੁੱਖ ਲੱਗੂਗੀ, ਖਾ ਲਵਾਂਗੇ। ਉਹ ਕਹਿੰਦੀ, ਬਾਪੂ ਜਾ, ਤੇਰੇ ਪ੍ਰਸ਼ਾਦੇ ਮੈਂ ਭੇਜ ਦਿੱਤੇ ਹਨ, ਜਿੱਥੇ ਜਾਏਗਾ ਤੂੰ, ਤੈਨੂੰ ਉੱਥੇ ਪ੍ਰਸ਼ਾਦਾ ਆਪੇ ਮਿਲੇਗਾ। ਕਹੋ ਸਤਿਨਾਮ। ਜੇ ਅਸੀਂ ਕਿਸੇ ਨੂੰ ਕੁਝ ਦੇਵਾਂਗੇ ਤਾਂ ਹੀ ਸਾਨੂੰ ਉਹਦਾ ਵਾਪਸੀ ਮਿਲੇਗੀ। ਤਾਂ ਤੇ ਪ੍ਰੀਤਮ ਜੀ ਕਹਿੰਦੇ, ਜਿਹੋ ਜਿਹਾ ਕਰਮ ਕਰੋਗੇ ਉਹੋ ਜਿਹਾ ਫਲ ਭੋਗੋਗੇ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਜੇ ਕਿਸੇ ਦਾ ਬੁਰਾ ਸੋਚਾਂਗੇ ਤੇ ਸਾਡਾ ਬੁਰਾ ਹੋ ਜਾਊਗਾ, ਤੇ ਜੇ ਇਸ ਦਾ ਚੰਗਾ ਸੋਚਾਂਗੇ ਚੰਗਾ ਹੋ ਜਾਊਗਾ। ਜੈਸਾ ਵੇਖੈ ਤੈਸਾ ਵੇਖ। ਜਿਹੋ ਜਿਹਾ ਅਸੀਂ ਕਿਸੇ ਨੂੰ ਆਪਣੀ ਅੱਖ ਨਾਲ ਵੇਖਾਂਗੇ, ਅਗਲਾ ਵੀ ਸਾਨੂੰ ਉਹੋ ਜਿਹਾ ਹੀ ਦੇਖੂਗਾ ਅੱਗੋਂ। ਇਹ ਕੁਦਰਤੀ ਗੱਲ ਹੈ, ਇਹ ਸਾਡੇ ਦਿਮਾਗ ਦੀਆਂ ਵਾਈਬ੍ਰੇਸ਼ਨਾਂ, ਲਹਿਰਾਂ, ਇਹ ਕਿਰਨਾਂ ਹੈ। ਜਿਹੜੀਆਂ ਕਿਰਨਾਂ ਸਾਡੇ ਦਿਮਾਗ 'ਚੋਂ ਨਿਕਲਦੀਆਂ, ਅਗਲੇ ਨਾਲ ਟਕਰਾਉਂਦੀਆਂ, ਉਹਦੇ ਅੰਦਰ ਉਹੀ ਫੁਰਨਾ ਪੈਦਾ ਕਰਦੀਆਂ, ਉਹ ਉਸੇ ਫੁਰਨੇ ਨਾਲ ਫਿਰ ਸਾਨੂੰ ਦੇਖਦਾ। ਕਹੋ ਸਤਿਨਾਮ। ਜੈਸਾ ਵੇਖੈ ਤੈਸਾ ਵੇਖ, ਇਹ ਬਾਣੀ ਦੇ ਬਚਨ ਹਨ। ਖੈਰ ਅੱਗੇ ਚੱਲੀਏ। ਪ੍ਰੀਤਮ ਜੀ ਕਹਿੰਦੇ, ਤੇਰਾ ਬਾਪ ਜਿਹੜਾ ਹੈ ਉੱਥੇ ਭੁੱਖਾ ਮਰਦਾ, ਹੁਣ ਉਹਦੇ ਕੋਲੇ ਪ੍ਰਸ਼ਾਦਾ ਕੌਣ ਭੇਜੇ? ਉਹ ਬਿਲਕਦਾ ਹੈ, ਦੁਖੀ ਹੁੰਦਾ ਹੈ। ਹੋਏ ਬਿਖਰਚ ਕਹਾਏ ਗੁਲਾਮ, ਕਰੇ ਬਿਖਰਚ ਬੁਰੇ ਬਹੁ ਕਾਮ। ਔਰ ਉਸਨੇ ਖਰਚਾ ਰਹਿਤ ਹੋ ਕੇ ਬਹੁਤ ਬੁਰੇ ਕੰਮ ਦੁਨੀਆ ਵਿੱਚ ਕੀਤੇ। ਭਾਵ ਖਰਚਾ ਸੀਗਾ ਨਾਮ ਜਪਣਾ, ਸਿਮਰਨ ਭਜਨ ਕਰਨਾ, ਲੋਕਾਂ ਦੀ ਸੇਵਾ ਕਰਨੀ, ਰਾਜਾ ਬਣਾਇਆ ਸੀ ਤੇ ਜਨਤਾ ਨੂੰ ਸੁੱਖ ਦੇਣੇ ਸੀਗੇ, ਪਰ ਉਹ ਤਾਂ ਜਨਤਾ ਨੂੰ ਪੁੱਠੇ ਪਾਸੇ ਚੱਲ ਪਿਆ। ਉਹ ਤਾਂ ਸਾਰੇ ਦੇਸ਼ ਨੂੰ ਗੁਲਾਮ ਬਣਾ ਕੇ ਮੁਸਲਮਾਨ ਬਣਾਉਣ 'ਤੇ ਚੱਲ ਪਿਆ। ਉਹ ਤਾਂ ਭੁੱਲ ਹੀ ਗਿਆ ਅਸਲੀ ਮਕਸਦ ਨੂੰ। ਇਸ ਕਰਕੇ ਅੱਜ ਉੱਥੇ ਉਹਦੇ ਨਾਲ ਬਹੁਤ ਭੈੜੀ ਹੋ ਰਹੀ ਹੈ। ਉਹਨੇ ਇੱਥੇ ਪਰਮੇਸ਼ਰ ਦੇ ਨਾਮ ਦਾ ਖਰਚਾ ਇਕੱਠਾ ਕੀਤਾ ਨਹੀਂ। ਹੋਏ ਬੇਖਰਚ ਕਹਾਏ ਗੁਲਾਮ, ਉੱਥੇ ਹੁਣ ਉਹ ਗੁਲਾਮੀ ਕਰਦਾ ਹੈ। ਕਰੇ ਬੇਖਰਚ ਬੁਰੇ ਬਹੁ ਕਾਮ, ਕਿਉਂਕਿ ਉਹਨੇ ਇੱਥੋਂ ਬੁਰੇ ਕੰਮ ਕਰਕੇ ਉੱਥੇ ਵਰਤਣ ਵਾਲਾ ਖਰਚਾ ਨਾਮ ਦਾ ਇਕੱਠਾ ਨਹੀਂ ਕੀਤਾ। ਹੁਣ ਉੱਥੇ ਸਜ਼ਾ ਮਿਲ ਰਹੀਆਂ ਤੇ ਦੁਨੀਆ ਕੀ ਕਹਿੰਦੀ ਆ? ਬਨੈ ਚੋਰ ਬਟ ਭਾਰੀ ਕਰੈ, ਹੱਥ ਨ ਖਰਚ ਨ ਮੰਗੈ ਪਰੈ। ਹੁਣ ਜਦੋਂ ਮਿਹਨਤ ਨਹੀਂ ਕੀਤੀ, ਇੱਥੇ ਚੰਗੇ ਕੰਮ ਨਹੀਂ ਕੀਤੇ, ਹੁਣ ਉੱਥੇ ਉਸ ਨੂੰ ਫਿਰ ਕੀ ਕਿਹਾ ਜਾਂਦਾ ਹੈ? ਚੋਰ, ਡਾਕੂ, ਠੱਗ। ਹੱਥ ਨਾਲ ਕਮਾਈ ਕਰ ਨਹੀਂ ਸਕਦਾ, ਮੰਗਿਆ ਮਿਲਦਾ ਨਹੀਂ, ਤਾਂ ਤੇ ਉਹਨੂੰ ਚੋਰ ਠਾਗੂ ਕਹਿੰਦੇ ਨੇ। ਤੇ ਪਾਤਸ਼ਾਹ ਜੀ ਆਸਾ ਦੀ ਵਾਰੀ 'ਚ ਐਸੇ ਲੋਕਾਂ ਦਾ ਇੱਕ ਬੜਾ ਸੁੰਦਰ ਬਚਨ ਬਿਆਨ ਕਰਦੇ ਆ। ਝੂਠਿਆ ਦਲਾਲਾ ਭਾਈ ਤੇਰੇ ਦਰਗਾਹ 'ਚ ਹੱਥ ਕੱਟੇ ਜਾਣਗੇ। ਜਿਹੜੇ ਇੱਥੇ ਦਲਾਲੀ ਕਰਦੇ ਆ, ਝੂਠ ਬੋਲ ਕੇ ਆਪਣੀ ਕਮਾਈ ਕਰਨ ਵਾਸਤੇ ਝੂਠੇ ਸੌਦੇ ਕਰਾਉਂਦੇ ਆ, ਝੂਠਾ ਕੰਮ ਕਰਦੇ ਆ। ਅਗਲੇ ਮੁੜ ਕੇ ਅਗਲਾ ਭਾਵੇਂ ਬਿਲਕੀ ਜਾਵੇ, ਤੇ ਫਿਰ ਉਹੋ ਜਿਹੇ ਦਲਾਲਾਂ ਦੇ ਦਰਗਾਹ ਦੇ ਵਿੱਚ ਹੱਥ ਵੱਢੇ ਜਾਂਦੇ ਆ, ਭਾਵ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ। ਇਹ ਮੈਂ ਤੁਹਾਨੂੰ ਜੋ ਸੁਣਾਇਆ, ਝੂਠਿਆ ਦਲਾਲਾ ਭਾਈ ਤੇਰੇ ਦਰਗਾਹ 'ਚ ਹੱਥ ਵੱਢੇ ਜਾਣਗੇ,
ਇਹ ਗੁਰੂ ਪਿਆਰਿਓ ਮਹਾਂਪੁਰਖ ਜਦੋਂ ਦੀਵਾਨ ਸਜਾਉਂਦੇ ਆ ਉਦੋਂ ਧਾਰਨਾ ਦੇ ਰਾਹੀਂ ਗਾਉਂਦੇ ਆ। ਤੇ ਦੂਜੇ ਪਾਸੇ ਪਾਤਸ਼ਾਹ ਜੀ ਨੇ ਬਾਣੀ ਆਸਾ ਦੀ ਵਾਰ ਵਿੱਚ ਲਿਖਿਆ ਹੈ ਕਿ ਜਿਸ ਵੇਲੇ ਮਨੁੱਖ ਮਾਤ ਲੋਕ ਦੇ ਵਿੱਚ ਮਾੜੇ ਕੰਮ ਕਰਦਾ ਤੇ ਉਹਨਾਂ ਦਾ ਫਲ ਉਸ ਨੂੰ ਉਵੇਂ ਮਿਲਦਾ। ਫਰੀਦਾ ਲੋੜ ਹੈ ਦਾਖ ਬਜੌਰੀਆਂ ਕਿੱਕਰ ਬੀਜਿਆ ਜੱਟ ਹੰਡਾ ਉਨ ਕਤਾਏ ਦਾ ਪੈਂਦਾ ਲੋੜ ਹੈ ਪੱਟ। ਤਾਂ ਹੁਣ ਰਾਜਾ ਸਾਹਿਬ ਆਏ ਦੱਸੋ ਬਹਾਦਰ ਸ਼ਾਹ ਨੂੰ ਕਹਿਣ ਲੱਗੇ ਪਾਤਸ਼ਾਹ ਹੁਣ ਤੇਰੇ ਪਿਤਾ ਦਾ ਕੀ ਬਣੇਗਾ? ਉੱਥੇ ਚੋਰ ਡਾਕੂ ਕਹਾਵੇਗਾ ਅਤੇ ਉਹਨੂੰ ਮੰਗਿਆ ਵੀ ਨਹੀਂ ਮਿਲੇਗਾ। ਤੇ ਪੰਜਵੇਂ ਪਾਤਸ਼ਾਹ ਜੀ ਨੇ ਸ਼ਾਹਜਹਾਂ ਨੂੰ ਇਸ ਵਿਸ਼ੇ ਤੇ ਕਿਹਾ ਸੀਗਾ। ਜਦ ਉਸ ਨੇ ਗੱਲ ਕੀਤੀ ਕਿਤੇ ਬਾਣੀ ਤੇ ਤਰਕ ਕੀਤਾ ਤੇ ਉਸ ਵੇਲੇ ਪਾਤਸ਼ਾਹ ਜੀ ਨੇ ਕਿਹਾ ਇਹ ਤੇਰੇ ਨਾਲ ਹੀ ਵਰਤੇਗੀ। ਤੇ ਫਿਰ ਸ਼ਾਹਜਹਾਂ ਦੇ ਨਾਲ ਹੀ ਵਰਤੇ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹਾਓ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਇਹ ਭਿੱਖ ਨਾ ਪਾਇੰਦਾ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਹੁਣ ਤੇਰੇ ਬਾਪ ਦਾ ਕੀ ਬਣੂਗਾ? ਫਿਰ ਤੂੰ ਇਹ ਸੋਚ ਜੇ ਤੂੰ ਹਿੰਦੂ ਮਤ ਨੂੰ ਇਹ ਕਹਿਣਾ ਹੈ ਵੀ ਉਹ ਸਰਾਧ ਕਰਦੇ ਆ ਜੀ ਪੰਡਤਾਂ ਨੂੰ ਖਵਾਉਂਦੇ ਆ ਗਾਹਾਂ ਤਾਂ ਜਾਂਦਾ ਨਹੀਂ। ਚੱਲ ਜੀ ਉਹ ਤਾਂ ਭੇਜੀ ਜਾਂਦੀ ਆ ਪਰ ਤੇਰੇ ਬਾਪ ਨੂੰ ਤਾਂ ਕਿਸੇ ਨੇ ਭੇਜਿਆ ਵੀ ਨਹੀਂ ਤੂੰ ਵੀ ਨਹੀਂ ਭੇਜਦਾ। ਫਿਰ ਉਹਦਾ ਕੀ ਬਣੂਗਾ? ਚੰਗੇ ਕੰਮ ਉਹਨੇ ਕੀਤੇ ਨਹੀਂ ਇੱਥੇ ਤਾਂ ਬੜਾ ਦੁਖੀ ਹੈ ਉਹ। ਹੀਰ ਲਿਓ ਜਗ ਕੋ ਵਿਵਹਾਰ ਤਿਮ ਆਗੇ ਲਖ ਬਨਜ ਕਰਾਰਾ। ਤੋ ਜਿਹੋ ਜਿਹਾ ਸੰਸਾਰ ਦੇ ਵਿੱਚ ਹੁੰਦਾ ਐਸਾ ਹੀ ਅੱਗੇ ਵੀ ਹੁੰਦਾ। ਬਨਜ ਕਰਾਰਾ ਬੜਾ ਹੀ ਕਰਾਰਾ ਵਪਾਰ ਸਮਝੋ। ਜਿਹੋ ਜਿਹਾ ਵਿਹਾਰ ਅਸੀਂ ਇੱਥੇ ਦੁਨੀਆ ਨਾਲ ਕਰ ਦੇਂਗੇ ਤੇ ਉਹੋ ਜਿਹਾ ਸਾਡੇ ਨਾਲ ਹੁੰਦਾ। ਪਰ ਕਾ ਬੁਰਾ ਨ ਰਾਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਮੀਤ। ਜਦੋਂ ਪਾਤਸ਼ਾਹ ਜੀ ਨੇ ਇਸ ਵਿਸ਼ੇ ਤੇ ਗੱਲਾਂ ਸੁਣਾਈਆਂ ਤੇ ਬਹਾਦਰ ਸ਼ਾਹ ਨੂੰ ਕਹਿੰਦੇ ਜਵਾਬ ਨਹੀਂ ਆਇਆ ਜੀ। ਸੁਣ ਕਰ ਸ਼ਾਹ ਬਹਾਦਰ ਤਬੈ ਬੋਲਿਓ ਗਇਓ ਨਾ ਹੇਰਤ ਸਬੈ। ਕਿਉਂਕਿ ਬਹਾਦਰ ਸ਼ਾਹ ਨੂੰ ਸਤਿਗੁਰਾਂ ਨੇ ਆਪਣੀ ਸਮਰੱਥਾ ਦੇ ਨਾਲ ਦਿਖਾ ਵੀ ਦਿੱਤਾ ਕਹਿੰਦੇ ਵੇਖ ਤੇਰਾ ਬਾਪ ਮੰਗਦਾ ਫਿਰਦਾ ਉੱਥੇ। ਤੇ ਗੁਰੂ ਪਿਆਰੋ ਇੱਥੇ ਵੀ ਜਿਸ ਵੇਲੇ ਜਫਰਨਾਮਾ ਸੁਣਿਆ ਔਰੰਗਜ਼ੇਬ ਨੇ ਤੇ ਔਰੰਗਜ਼ੇਬ ਜਫਰਨਾਮਾ ਸੁਣਦਾ ਸੁਣਦਾ ਆਪਣੇ ਆਪ ਨੂੰ ਲਾਹਨਤਾਂ ਪਾਉਂਦਾ ਹੋਇਆ ਮਰ ਰਿਹਾ ਹੈ ਕਿ ਮੈਥੋਂ ਦੁਨੀਆ ਵਿੱਚ ਆ ਕੇ ਚੰਗਾ ਕੰਮ ਨਹੀਂ ਹੋਇਆ। ਮੈਂ ਤਾਂ ਇਹਨੂੰ ਚੰਗਾ ਕੰਮ ਸਮਝਦਾ ਸੀਗਾ ਵੀ ਲੋਕਾਂ ਨੂੰ ਧੱਕੇ ਨਾਲ ਮੁਸਲਮਾਨ ਬਣਾਈਏ ਪਰ ਇਹ ਤਾਂ ਮੇਰੀ ਐਂਟੀ ਹੋ ਗਿਆ ਕੰਮ। ਗਲਤੀ ਹੋ ਗਈ ਮੈਥੋਂ ਬਹੁਤ ਵੱਡੀ। ਮੈਂ ਜਨਤਾ ਨੂੰ ਸੁੱਖ ਨਹੀਂ ਦੇ ਸਕਿਆ। ਮੈਂ ਰਾਜ ਵਾਲੇ ਕੰਮ ਨਹੀਂ ਕਰ ਸਕਿਆ। ਰਾਜਾ ਹੋ ਕੇ ਵੀ ਗਲਤ ਕੰਮ ਕਰਦਾ ਰਿਹਾ ਔਰ ਹੁਣ ਮੇਰਾ ਕੀ ਬਣੂਗਾ? ਤੇ ਮਰਦਾ ਮਰਦਾ ਆਪਣੇ ਵਜ਼ੀਰਾਂ ਮੰਤਰੀਆਂ ਨੂੰ ਕਹਿੰਦਾ ਜਿੱਥੇ ਮੇਰੀ ਕਬਰ ਹੋਵੇਗੀ ਉਸ 'ਤੇ ਕੋਈ ਦਰਖਤ ਨਹੀਂ ਲਾਉਣਾ ਕੋਈ ਛਾਂ ਨਹੀਂ ਲਾਉਣੀ। ਮੈਂ ਕੁਦਰਤ ਦੇ ਖਿਲਾਫ ਚੱਲਿਆ। ਮੈਂ ਕੁਦਰਤ ਦੀਆਂ ਸਹੂਲਤਾਂ ਮੰਨਣ ਦੇ ਕੰਮ ਯੋਗ ਨਹੀਂ ਆ। ਉਹਦੀ ਕਬਰ ਅੱਜ ਵੀ ਢੱਠੀ ਪਈ ਹੈ। ਕੋਈ ਉਹਦੀ ਮੁਰੰਮਤ ਨਹੀਂ ਕਰਾਉਂਦਾ ਕੋਈ ਦਰਖਤ ਨਹੀਂ ਲਾਉਂਦਾ। ਜਿਹੜੇ ਉੱਥੇ ਬੈਠੇ ਆ ਦੀਵਾ ਜਗਾਉਣ ਵਾਲੇ ਨਾ ਗੁਰੂ ਪਿਆਰਿਓ ਉਹਨਾਂ ਦੇ ਮੁਸਲਮਾਨ ਉੱਥੇ ਜਾ ਕੇ ਦੀਵੇ ਵਾਸਤੇ ਤੇਲ ਵੀ ਨਹੀਂ ਦਿੰਦੇਗੇ। ਜਿਹੜੇ ਆ ਯਾਤਰੂ ਆਪਣੇ ਜਾਂਦੇ ਆ ਉਹ ਗੁਰੂ ਪਿਆਰਿਓ ਉਹਨਾਂ ਤੋਂ ਪੈਸੇ ਮੰਗਦੇ ਆ ਚਾਹੇ ਆਪਦੇ ਪੇਟ ਵਾਸਤੇ ਮੰਗਦੇ ਆ। ਸੰਤ ਮੁਸ਼ਕੀਨ ਜੀ ਗਏ ਕਹਿੰਦੇ ਜੀ ਮਾਇਆ ਦੇ ਕੇ ਜਾਓ। ਕਹਿੰਦੇ ਕਾਹਦੇ ਵਾਸਤੇ? ਕਹਿੰਦੇ ਔਰੰਗਜ਼ੇਬ ਦੀ ਦੀਵੇ ਦੇ ਵਿੱਚ ਤੇਲ ਪਾਉਣਾ ਹੈ। ਭਾਈ ਸਾਹਿਬ ਜੀ ਕਹਿੰਦੇ ਗੱਲ ਸੁਣ ਲਓ ਪੈਸੇ ਲੈ ਲਓ ਪਰ ਸਾਡੇ ਪੈਸਿਆਂ ਦਾ ਤੇਲ ਇਹਦੇ ਦੀਵੇ ਵਿੱਚ ਨਹੀਂ ਪਾਉਣਾ। ਰੋਟੀ ਖਾ ਲਿਓ ਇਹਦੇ ਨਾਲ ਛਕ ਛਕਾ ਲਿਓ ਪੈਸੇ ਦੇ ਦੂੰਗਾ ਪਰ ਮੈਂ ਕਬਰ 'ਚ ਤੇਲ ਪਾਉਣ ਵਾਸਤੇ ਨਹੀਂ ਦਿੰਦਾ। ਕੋਈ ਸਤਨਾਮ ਸੀ। ਭਾਵ ਅੱਜ ਵੀ ਉਸ ਦੀ ਕਬਰ ਦੀ ਬੇਅਦਬੀ ਤਾਂ ਹੋ ਰਹੀ ਹੈ ਕਿ ਉਹਨੇ ਕੋਈ ਚੱਜ ਦਾ ਕੰਮ ਨਹੀਂ ਕੀਤਾ ਦੁਨੀਆ ਵਿੱਚ ਆ ਕੇ। ਆ ਪਿਛਲੀਆਂ ਸਰਕਾਰਾਂ ਨੂੰ ਜਦੋਂ ਲੋਕ ਉਲਟਾ ਦਿੰਦੇ ਆ ਲਾਹ ਦਿੰਦੇ ਆ ਗੱਦੀਆਂ ਇਸੇ ਕਰਕੇ ਕਿ ਉਹ ਜਨਤਾ ਨੂੰ ਸੁੱਖ ਨਹੀਂ ਦਿੰਦੀਆਂ। ਰਾਜਾ ਰਣਜੀਤ ਸਿੰਘ ਨੂੰ ਦੁਨੀਆ ਯਾਦ ਕਰਦੀ ਹੈ ਜਿਸ ਨੇ ਆਪਣੇ ਰਾਜ ਦੇ ਸਮੇਂ ਦੇ ਵਿੱਚ ਗੁਰੂ ਪਿਆਰਿਓ ਸਭ ਦੇ ਨਾਲ ਇੱਕੋ ਜੀ ਅੱਖ ਇੱਕ ਅੱਖ ਨਾਲ ਸਭ ਨੂੰ ਦੇਖਣਾ ਕੀਤਾ। ਭਾਵੇਂ ਕਿ ਉਹਨਾਂ ਦੀ ਇੱਕ ਅੱਖ ਸੀ ਪਰ ਦੂਸਰੀ ਅਰਥ ਹੈ ਇਸ ਦਾ ਕਿ ਸਭ ਨੂੰ ਇੱਕੋ ਦ੍ਰਿਸ਼ਟੀ ਨਾਲ ਵੇਖਦੇ ਸੀ। ਇੱਕ ਵਾਰੀ ਜਾ ਕੇ ਹਿੰਦੂ ਲੋਕਾਂ ਨੇ ਜਾ ਕੇ ਸ਼ਿਕਾਇਤ ਕਰਤੀ। ਹਾਂ ਦੱਸੋ ਕੀ ਸ਼ਿਕਾਇਤ ਹੈ? ਮਹਾਰਾਜ ਇਹ ਤੜਕੇ ਸਦੇਹਾਂ ਉੱਠ ਕੇ 2-2:30 ਵਜੇ ਬਾਂਗਾਂ ਦੇਣ ਲੱਗ ਜਾਂਦੇ ਆ ਮੁਸਲਮਾਨ। ਇਹਨਾਂ ਨੂੰ ਰੋਕਿਆ ਜਾਵੇ। ਸਾਡਾ ਸੌਣ ਦਾ ਸਮਾਂ ਹੁੰਦੇ ਆ ਤੇ ਇਹ ਉੱਚੀ ਉੱਚੀ ਬੋਲਣ ਲੱਗ ਜਾਂਦੇ ਆ ਮਸੀਤਾਂ ਦੇ ਵਿੱਚ। ਰਾਜਾ ਸਾਹਿਬ ਨੇ ਸੱਦ ਲਿਓ ਵੀ ਦੂਜਾ ਪੱਖ ਵੀ ਸੱਦ ਲਿਆ। ਹਾਂ ਭਾਈ ਇਹ ਕਹਿਣ ਸਾਨੂੰ ਡਿਸਟਰਬ ਕਰਦੇ ਆ ਰਾਤ ਨੂੰ ਬਾਂਗਾਂ ਦਿੰਦੇ ਆ ਇਹ ਰੌਲਾ ਪਾਉਂਦੇ ਆ। ਕਹਿੰਦੇ ਨਹੀਂ ਮਹਾਰਾਜ ਅਸੀਂ ਬਾਂਗ ਦਿੰਦੇ ਹਾਂ ਕਿ ਸਾਡਾ ਜਿਹੜਾ ਮੁਸਲਮਾਨ ਭਾਈਚਾਰਾ ਉੱਠ ਖੜੇ ਤੇ ਉੱਠ ਕੇ ਨਵਾਜ਼ ਕਰੇ। ਸਾਡਾ ਤਾਂ ਇੰਨਾ ਹੀ ਮਕਸਦ ਹੈ। ਜਿਵੇਂ ਪਿੰਡਾਂ ਦੇ ਵਿੱਚ ਅੱਜ ਵੀ ਗੁਰੂ ਘਰਾਂ 'ਚ ਬੋਲਿਆ ਜਾਂਦਾ ਉੱਠੋ ਭਾਈ ਅੰਮ੍ਰਿਤ ਵੇਲਾ ਹੋ ਰਿਹਾ 4 ਵੱਜ ਗਏ ਉੱਠ ਕੇ ਇਸ਼ਨਾਨ ਪਾਨ ਕਰੋ ਨਾਮ ਜਪੋ ਬਾਣੀ ਨਾਲ ਜੁੜੋ। ਕਹਿੰਦੇ ਸਾਡਾ ਤਾਂ ਮਕਸਦ ਹੈ ਬਾਂਗ ਦੇਣਾ
ਬਈ ਜਿੰਨੇ ਸਾਡੇ ਮੁਸਲਮਾਨ ਭਾਈਚਾਰਾ ਹੈ ਉਹ ਉੱਠੇ ਤੇ ਨਮਾਜ਼ ਕਰ ਲਵੇ। ਕਹਿੰਦੇ ਖਿਆਲ ਤਾਂ ਤੁਹਾਡਾ ਸੌਖਾ ਹੈ, ਪਰ ਇਹਨਾਂ ਨੂੰ ਵੀ ਆਪਾਂ ਸੌਖੇ ਕਰਨਾ। ਇਹ ਕਹਿੰਦੇ ਡਿਸਟਰਬ ਹੁੰਦੇ ਆ। ਕਿਉਂ ਭਾਈ ਕਰੀਏ ਬੰਦ? ਫਿਰ ਕਹਿੰਦੇ ਜੀ ਕਰ ਦਿਓ। ਕਹਿੰਦੇ ਫਿਰ ਐਦਾਂ ਕਰੋ, ਤੁਸੀਂ ਆਪਣੀ ਕਮੇਟੀ ਬਣਾਓ ਤੇ ਰੋਜ਼ 2 ਬੰਦੇ ਪਿੰਡ ਵਿੱਚ ਜਾ ਕੇ ਸਾਰਿਆਂ ਦਾ ਕੁੰਡਾ ਖੜਕਾਰਿਆ ਕਰੋ ਮੁਸਲਮਾਨਾਂ ਦੇ ਬਾਹਰ ਦਾ, ਵੀ ਉੱਠੋ ਭਾਈ ਨਮਾਜ਼ ਦਾ ਟਾਈਮ ਹੋ ਗਿਆ। 2 ਬੰਦਿਆਂ ਨੀਂਦ ਖਰਾਬ ਹੋਊਗੀ, ਬਾਕੀ ਸੁੱਤੇ ਰਹੇ ਹੋ। ਤੇ ਜਾ ਕੇ ਸਾਰੇ ਮੁਸਲਮਾਨਾਂ ਦੇ ਘਰਾਂ ਵਿੱਚ ਕੁੰਡਾ ਖੜਕਾਇਆ ਕਰੋ ਵੀ ਉੱਠੋ ਭਾਈ ਨਮਾਜ਼ ਦਾ ਟਾਈਮ ਹੋ ਗਿਆ। ਉੱਠ ਕੇ ਨਮਾਜ਼ ਉਹ ਕਰ ਲਿਆ ਕਰਨਗੇ, ਇਹ ਉੱਤੇ ਬਾਂਗ ਦੇਣੀ ਬੰਦ ਕਰ ਦੇਣਗੇ। ਉਹ 2 ਕੁ ਦਿਨ ਉਹਨਾਂ ਨੇ ਕੀਤਾ, ਹੁਣ ਮੁੜ ਕੇ ਆ ਕਹਿੰਦੇ ਜੀ ਸਾਥੋਂ ਨਹੀਂ ਇਹ ਕੰਮ ਹੁੰਦਾ, ਆਪਦੀ ਬਾਂਗ ਹੀ ਕਰ ਲਿਆ ਕਰਨ। ਕਹੋ ਸਤਨਾਮ ਸੀ, ਆਪਦੀ ਬਾਂਗ ਹੀ ਦੇ ਲਿਆ ਕਰਨ, ਸਾਥੋਂ ਨਹੀਂ ਰੋਜ਼ ਰੋਜ਼ ਮੱਥਾ ਵੱਜਦਾ। ਭਾਵ ਦੁਨੀਆ ਹੋਰ ਹਿਸਾਬ ਦੀ ਹੈ, ਪਰਮੇਸ਼ਰ ਹੋਰ ਹਿਸਾਬ ਦਾ ਹੈ। ਗੁਰੂ ਸਾਹਿਬ ਦਾ ਮਕਸਦ ਹੀ ਕੁਝ ਹੋਰ ਸੀ, ਲੋਕਾਂ ਨੇ ਕੁਝ ਹੋਰ ਸਮਝਿਆ। ਸਤਿਗੁਰ ਸਭ ਨੂੰ ਪਿਆਰ ਕਰਨ ਵਾਲੇ ਆ। ਤਾਂ ਮਨੋਬਿਰਤੀਆਂ ਉੱਥੇ ਰੱਖੀਏ। ਬਹਾਦਰ ਸ਼ਾਹ ਨੂੰ ਪ੍ਰਤੱਖ ਦੇ ਵਿੱਚ ਵੀ ਵਿਖਾ ਦਿੱਤਾ ਉਹਦੇ ਪਿਤਾ ਦੀ ਹਾਲਤ ਦੇਖ ਕਰਕੇ। ਬੋਲਿਓ ਗਏ ਨਾ ਹੇਰਤ ਸਭ ਹੈ, ਭਾਵ ਉਹਨੂੰ ਸਭ ਕੁਝ ਦਿਖਾਤਾ ਕਿ ਤੇਰੇ ਪਿਤਾ ਦੀ ਆਹ ਹਾਲਤ ਹੈ, ਕਿਉਂਕਿ ਉਹਨੇ ਦੁਨੀਆ ਵਿੱਚ ਕੋਈ ਚੱਜ ਦਾ ਕੰਮ ਨਹੀਂ ਕੀਤਾ। ਉੱਤਰ ਜਾਨ ਕਛੁਕ ਮੁਛ ਕਾਨਿਓ, ਗੁਰ ਬੋਲਣ ਮੈਂ ਸਮਰੱਥ ਮਾਨਿਓ। ਔਰ ਉੱਤਰ ਸੁਣ ਕੇ ਚੁੱਪ ਕਰ ਗਿਆ, ਕੁਝ ਹੱਸਿਆ ਵੀ, ਪਰ ਅਗਾਹਾਂ ਇਹਨੇ ਸਵਾਲ ਕਰਨਾ ਬੰਦ ਕਰਤਾ ਵੀ ਪਤਾ ਨਹੀਂ ਅੱਗੋਂ ਸਤਿਗੁਰੂ ਕੀ ਜਵਾਬ ਦੇਣਗੇ। ਪਰ ਮੁਲਾਨੇ ਆਰਮਾਓ ਮੁਲਾਮਾਓ, ਸੂਬੇ ਕਿਤੇ ਕਥੇਰੇ ਉਹ ਮਰਾਓ। ਕਿਉਂਕਿ ਇਸ ਦੇ ਕੋਲੇ ਇਸ ਦੇ ਹੋਰ ਵਜ਼ੀਰ ਮੰਤਰੀ ਪੜ੍ਹੇ ਲਿਖੇ ਸਿਆਣੇ ਮੁਸਲਮਾਨ ਵੀਰ ਹੋਰ ਵੀ ਬੈਠੇ ਆ। ਸ਼ਰਮ ਵੀ ਮੰਨ ਗਿਆ ਹੋਊਗਾ ਕਿਤੇ ਬਾਦਸ਼ਾਹ ਮੇਰੇ ਪਿਤਾ ਦਾ ਹੋਰ ਪੜਦਾ ਹੀ ਨਾ ਖੋਲ ਦੇਣ, ਉਹਨੂੰ ਚੁੱਪ ਹੀ ਕਰ ਜਾ, ਮਣਾ ਇਸ ਵਿਸ਼ੇ ਤੇ ਗੱਲ ਹੀ ਨਾ ਛੇੜ। ਤਾਂ ਉਹ ਸਾਰੇ ਬੈਠੇ ਹਨ, ਇਹ ਚੁੱਪ ਕਰ ਗਿਆ। ਸੁਮਤ ਪਰਵੀਨ ਆਨ ਮਨ ਮੋਨੇ, ਗੁਰ ਸਨਮੁਖ ਨਹਿ ਬੋਲਿਓ ਕੋਨੇ। ਔਰ ਬੁੱਧੀਵਾਨ ਸਿਆਣੇ ਪੜ੍ਹੇ ਲਿਖੇ ਮੁਸਲਮਾਨ ਉਲਮਾਓ ਹੁੰਦੇ ਆ। ਪੜ੍ਹੇ ਲਿਖੇ ਜਿਵੇਂ ਆਪਾਂ ਗਿਆਨੀ ਕਹਿ ਦਿੰਦੇ ਆ, ਉਹ ਉਲਮਾਓ ਕਹਿ ਦਿੰਦੇ ਆ। ਤਾਂ ਪੜ੍ਹੇ ਲਿਖੇ ਜਿਹੜੇ ਮੁਸਲਮਾਨ ਸੀਗੇ ਉਹਨਾਂ ਨੂੰ ਵੀ ਗੱਲ ਸਮਝ ਆ ਗਈ। ਸ਼੍ਰੇਸ਼ਟ ਬੁੱਧੀ ਵਾਲੇ ਸਿਆਣੇ ਬੰਦੇ ਚੁੱਪ ਹੀ ਕਰ ਰਹੇ, ਅੱਗੋਂ ਕੋਈ ਨਹੀਂ ਬੋਲਿਆ ਜੀ। ਸਭਾ ਬੀਚ ਜੇ ਆਏ ਨਾ ਬਾਤ, ਹੋਤ ਅਨਾਦਰ ਮਿੱਤਰ ਜਿਸ ਭਾਂਤ। ਮ੍ਰਿਤੂ ਮੌਤ ਕਹਿੰਦੇ ਜੇ ਭਲਾ ਚਰਚਾ ਹੋ ਰਹੀ ਹੋਵੇ ਤੇ ਇੱਕ ਹਾਰ ਜਾਵੇ, ਕੌਣ ਹਾਰੂਗਾ? ਜਿਹਨੂੰ ਅੱਗੋਂ ਜਵਾਬ ਨਾ ਆਇਆ। ਤੇ ਜੇ ਅੱਗੋਂ ਜਵਾਬ ਨਾ ਆਵੇ, ਸਭਾ ਦੇ ਵਿੱਚ ਗੱਲ ਚੱਲਦੀ ਹੋਵੇ, ਤੇ ਫਿਰ ਕਿੰਨੀ ਵੱਡੀ ਬੇਇੱਜ਼ਤੀ ਹੁੰਦੀ ਹੈ। ਪ੍ਰਸ਼ਨ ਕਰ ਹੈ ਉੱਤਰ ਦੇ ਤੂਰਨ, ਸਰਬ ਕਲਾ ਸਮਰੱਥ ਗੁਰ ਪੂਰਨ। ਔਰ ਫਿਰ ਇੰਨਾ ਵੱਡਾ ਨਾਦਰ ਹੈ ਜਿਵੇਂ ਮਾਨੋ ਮੌਤ ਹੀ ਹੋ ਗਈ। ਜੇ ਸਭਾ ਦੇ ਵਿੱਚ ਚਰਚਾ ਕਰਨ ਕੋਈ ਬਹਿ ਗਿਆ ਤੇ ਚਰਚਾ ਦੇ ਵਿੱਚ ਫਿਰ ਅੱਗੋਂ ਜਵਾਬ ਨਾ ਆਉੜਿਆ ਤੇ ਉਹ ਹਾਰ ਗਿਆ। ਮੌਤ ਨਾਲੋਂ ਵੀ ਭੈੜਾ ਅਨਾਦਰ ਉਹਦਾ ਹੋ ਗਿਆ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਦੋਂ ਵੀ ਇਹ ਸਵਾਲ ਪੁੱਛਦੇ ਆ, ਪਾਤਸ਼ਾਹ ਸਰਬ ਕਲਾ ਸਮਰੱਥ ਤੁਰੰਤ ਇਹਦੀ ਗੱਲ ਦਾ ਜਵਾਬ ਦਿੰਦੇ ਹਨ। ਸਮਝ ਸਮਝ ਇਤਿਆਤ ਇੱਕ ਮਨ ਮੈਂ, ਕੋ ਨਹਿ ਬੋਲਿਓ ਕੁਛ ਤਿਸ ਸ਼ਨ ਮੈਂ। ਜਿਹੜੇ ਦੂਜੇ ਪੜ੍ਹੇ ਲਿਖੇ ਬੈਠੇ ਸੀ ਕਹਿੰਦੇ ਮਨਾ ਚੁੱਪ ਹੀ ਕਰ ਜਾ, ਕਿਤੇ ਆਪਾਂ ਨੂੰ ਵੀ ਨਾ ਕਿਤੇ ਗੱਲ ਦੇਣੀ ਪੈ ਜੇ ਵੀ ਆਪਾਂ ਨੂੰ ਮੁੜ ਕੇ ਜਵਾਬ ਹੀ ਨਾ ਆਵੇ, ਅੱਗੋਂ ਪਾਤਸ਼ਾਹ ਪਤਾ ਨਹੀਂ ਕੀ ਕਹਿ ਦੇਣ। ਤਾਂ ਤੇ ਦੂਜੇ ਵੀ ਚੁੱਪ ਕਰ ਗਏ। ਕੁਝ ਸਮਾਂ ਕੋਈ ਵੀ ਨਾ ਬੋਲਿਆ ਅੱਗੋਂ। ਪੁੰਨ ਬੰਦੇ ਕੀ ਬੂਝੇ ਗਾਥਾ, ਲੱਖੋਂ ਕਰੇ ਜਿਨ ਹੈ ਬਿਨ ਮਾਤਾ। ਔਰ ਫਿਰ ਗੱਲ ਬਦਲੀ। ਬਹਾਦਰ ਸ਼ਾਹ ਨੇ ਆਪਦੇ ਬਾਪ ਦੀ ਤੇ ਧਰਮ ਦੀ ਗੱਲ ਹੀ ਛੱਡ ਦਿੱਤੀ। ਕਹਿੰਦੇ ਗੱਲ ਹੀ ਛੱਡੋ, ਇਹ ਤਾਂ ਹੋਰ ਪਾਸੇ ਗੱਲ ਚੱਲ ਪਈ ਆ। ਇਹ ਤਾਂ ਸਾਡੇ ਪਰਦੇ ਖੁੱਲ੍ਹਣ ਲੱਗ ਪਏ। ਪਾਤਸ਼ਾਹ ਨੇ ਪਰਦੇ ਖੋਲ੍ਹਣੇ ਸ਼ੁਰੂ ਕਰਤੇ ਬਈ ਤੇਰੇ ਪਿਤਾ ਦੀ ਆ ਹਾਲਤ ਆ। ਜੇ ਉਹਨੇ ਇੱਥੇ ਚੰਗੇ ਕੰਮ ਕੀਤੇ ਹੁੰਦੇ ਤੇ ਉਸ ਨੂੰ ਸੁੱਖ ਮਿਲਦਾ। ਮਨੁੱਖ ਨੂੰ ਦੁਨੀਆ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਕਹੋ ਨਾਨਕ ਬਾਹਾਂ ਲੁੜਾਈ ਹੈ। ਬਾਹਾਂ ਲੁੜਾਈਆ ਮਤਲਬ ਜਦੋਂ ਕੋਈ ਟੈਨਸ਼ਨ ਚਿੰਤਾ ਫਿਕਰ ਨਾ ਹੋਵੇ ਤੇ ਬੰਦਾ ਜਦ ਤੁਰਦਾ ਗਲੀ ਵਿੱਚ ਤੇ ਬਾਹਾਂ ਮਾਰ ਕੇ ਤੁਰਦਾ, ਤੇ ਜਦੋਂ ਚਿੰਤਾ ਟੈਨਸ਼ਨ ਵਿੱਚ ਹੋਵੇ ਫਿਰ ਬਾਹਾਂ ਕਿੱਥੇ ਹਿਲਣੀਆਂ, ਫਿਰ ਤਾਂ ਲਮਕਦੀਆਂ ਜਾਂਦੀਆਂ ਜਿਵੇਂ ਸਾਹ ਸਾਥੀ ਨਹੀਂ ਹੁੰਦਾ। ਕੋਈ ਸਤਨਾਮ ਸੀ। ਕਹੋ ਨਾਨਕ ਬਾਹਾਂ ਲੁੜਾਈ ਹੈ, ਭਾਵ ਉਹ ਚੜ੍ਹਦੀ ਕਲਾ ਦੇ ਨਾਲ ਜਾਂਦਾ, ਫਿਰ ਉਹਨੂੰ ਕੋਈ ਫਿਕਰ ਚਿੰਤਾ ਟੈਨਸ਼ਨ ਨਹੀਂ ਹੁੰਦੀ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਬਹਾਦਰ ਸ਼ਾਹ ਨੇ ਗੱਲ ਬਦਲ ਦਿੱਤੀ ਆ। ਕਹਿਣ ਲੱਗੇ ਆ ਮਹਾਰਾਜ
ਬੰਦਾ ਕਿੱਥੇ ਜਿਆ ਤੁਹਾਡਾ ਭੇਜਿਆ ਹੋਇਆ, ਜਿਸ ਨੇ ਦੁਨੀਆ ਵਿੱਚ, ਭਾਰਤ ਵਿੱਚ, ਪੰਜਾਬ ਦੇ ਵਿੱਚ ਸਾਡੇ ਬੜੇ ਹੀ ਮੁਗਲਾਂ ਦਾ ਖਾਤਮਾ ਕਰ ਦਿੱਤਾ ਹੈ ਜੀ। ਸ਼੍ਰੀ ਪ੍ਰਭ ਅਬ ਕੀਜੈ ਉਤ ਸ਼ਾਂਤੀ, ਦਵੈਸ਼ੀ ਭਏ ਆਪ ਕੇ ਘਾਤੀ। ਜਿਹੜੇ ਤੁਹਾਡੇ ਨਾਲ ਦਵੈਸ਼ ਕਰਨ ਵਾਲੇ ਸਨ, ਵਜੀਦੇ ਵਰਗੇ, ਸੁੱਚੇ ਨੰਦ ਵਰਗੇ, ਹੋਰ ਸਮਾਣੇ ਵਾਲੇ, ਸੰਢੌਰੇ ਵਾਲੇ, ਉਹ ਸਾਰੇ ਮਾਰੇ ਗਏ ਮਹਾਰਾਜ। ਹੁਣ ਤਾਂ ਆਪਣੇ ਬੰਦੇ ਨੂੰ ਮੋੜ ਲਓ, ਪੰਜਾਬ ਦੇ ਵਿੱਚ, ਭਾਰਤ ਵਿੱਚ ਸ਼ਾਂਤੀ ਵਰਤਾ ਦਿਓ ਮਹਾਰਾਜ। ਆਪਣੇ ਉਹ ਸਿੱਖ ਨੂੰ ਜਿਸ ਨੂੰ ਤੁਸੀਂ ਬਦਲਾ ਲੈਣ ਲਈ ਭੇਜਿਆ ਹੈ, ਉਹਨੂੰ ਰੋਕਣਾ ਕਰੋ ਜੀ। ਆਦ ਵਜੀਦੇ ਖੋਜ ਨ ਪਾਏ, ਜ਼ਬਰਦਸਤ ਸੇ ਸਕਲ ਖਪਾਏ। ਜ਼ਬਰਦਸਤ ਖਾਂ ਲਾਹੌਰ ਦਾ ਸੂਬੇਦਾਰ ਸੀ, ਵਜੀਦਾ ਸਰਹੰਦ ਦਾ ਸੂਬੇਦਾਰ ਸੀਗੇ, ਦੋ ਵੱਡੇ ਸੂਬੇਦਾਰ ਸੀ ਪੰਜਾਬ ਦੇ ਵਿੱਚ। ਕਹਿਣ ਲੱਗੇ ਹੁਣ ਤਾਂ ਨਾ ਵਜੀਦੇ ਦਾ ਖੁਰਾ ਖੋਜ ਲੱਭਦਾ, ਭਾ ਮਿੱਟੀ ਵਿੱਚ ਮਿਲ ਗਿਆ, ਤੇ ਨਾ ਹੀ ਜ਼ਬਰਦਸਤ ਖਾਂ ਬਚਿਆ, ਉਹ ਵੀ ਮਾਰ ਦਿੱਤਾ ਹੈ। ਤੇਰੀ ਝੂਠਾ ਆਨੰਦ ਪਰਹਾਰਾ, ਸੈਲ ਦੇਸ਼ ਸਭ ਮਾਰ ਉਜਾਰਾ। ਔਰ ਝੂਠਾ ਆਨੰਦ ਦੁਸ਼ਟ, ਜਿਸ ਦਾ ਨਾਮ ਤਾਂ ਸੁੱਚਾ ਆਨੰਦ ਸੀ, ਪਰ ਆਪਣੇ ਨਾਮ ਨੂੰ ਵੀ ਲਾਜ ਲਵਾਈ ਦੁਸ਼ਟ ਨੇ। ਉਹ ਝੂਠਾ ਆਨੰਦ ਖੱਤਰੀ ਵੀ ਮਾਰਿਆ ਗਿਆ, ਜਿਸ ਨੇ ਵਜੀਦੇ ਨੂੰ ਭੜਕਾਇਆ ਸੀਗਾ, ਹੱਲਾਸ਼ੇਰੀ ਦਿੱਤੀ ਸੀਗੀ। ਮਹਾਰਾਜ ਇਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ, ਇਹਨਾਂ ਦਾ ਬਾਪ ਹੀ ਆਪਣੇ ਕਾਬੂ ਨਹੀਂ ਆ ਰਿਹਾ। ਜੇ ਇਹ ਦੋ ਬੱਚੇ ਉਹਨਾਂ ਦੇ ਕਾਮਯਾਬ ਹੋ ਗਏ, ਵੱਡੇ ਹੋ ਗਏ, ਤਾਂ ਇਹ ਤਾਂ ਸਾਰਾ ਰਾਜ ਖੋਹ ਲੈਣਗੇ ਆਪਣਾ। ਉਹ ਝੂਠੇ ਆਨੰਦ ਨੂੰ ਜਿਸ ਵੇਲੇ ਉਸਨੇ ਕਿਹਾ ਕਿ ਜਪਨੀਆਂ ਅਸੂਲਾਂ ਦੇ ਜਿਵੇਂ ਮੂੰਹ ਤਿੱਖੇ ਹੁੰਦੇ ਐ, ਇਸੇ ਤਰ੍ਹਾਂ ਵੇਖੋ ਕਿਵੇਂ ਬੋਲਦੇ ਆ, ਪੁੱਛ ਕੇ ਦੇਖੋ ਕੀ ਕਹਿੰਦੇ ਆ। ਜਦ ਵਜੀਦੇ ਨੇ ਕਿਹਾ ਜੇ ਪੁੱਤਰੋ ਅਸੀਂ ਤੁਹਾਨੂੰ ਛੱਡ ਦਈਏ ਸਾਹਿਬਜ਼ਾਦਿਓ, ਫਿਰ ਕੀ ਕਰੋਗੇ? ਕਰਨਾ ਕੀ ਹੈ? ਜੰਗਲ ਵੀ ਜਾਵਾਂਗੇ। ਪੰਜਾਬ ਦੇ ਇਲਾਕੇ ਨੂੰ, ਬਠਿੰਡੇ ਇਲਾਕੇ ਨੂੰ ਜੰਗਲ ਦਾ ਇਲਾਕਾ ਕਹਿੰਦੇ ਸੀ। ਕਹਿੰਦੇ ਅਸੀਂ ਜੰਗਲ ਵੀ ਜਾਵਾਂਗੇ, ਸਿੰਘਾਂ ਨੂੰ ਇਕੱਠੇ ਕਰਾਂਗੇ, ਔਰ ਇਕੱਠੇ ਕਰਕੇ ਸ਼ਸਤਰ ਵਸਤਰ ਲੈ ਕਰਕੇ ਫੇਰ ਆ ਕੇ ਜੰਗ ਕਰਾਂਗੇ, ਸਾਡਾ ਕੰਮ ਹੀ ਜੰਗ ਕਰਨਾ। ਤੇ ਝੂਠੇ ਆਨੰਦ ਨੇ ਭੜਕਾ ਕਰਕੇ ਵਜੀਦੇ ਨੂੰ ਹੱਲਾਸ਼ੇਰੀ ਦੇ ਕੇ ਸ਼ਹੀਦ ਕਰਵਾਇਆ ਸਾਹਿਬਜ਼ਾਦਿਆਂ ਨੂੰ। ਮਹਾਰਾਜ ਉਹ ਖੱਤਰੀ ਝੂਠਾ ਆਨੰਦ ਵੀ ਮਾਰਿਆ ਗਿਆ ਹੈ, ਤੇ ਪਹਾੜੀਏ ਭੀਮ ਚੰਦ ਵਰਗੇ ਵੀ ਤੁਹਾਡੇ ਬੰਦੇ ਨੇ ਖਤਮ ਕਰ ਦਿੱਤੇ ਜੀ। ਦਿਨ ਪ੍ਰਤ ਸ਼ੁੱਧ ਪਹੁੰਚਤ ਮੁਝ ਪਾਸੀ, ਸਭ ਪੰਜਾਬ ਬੇਸਾਲ ਬਿਨਾਸੀ। ਸਾਰੇ ਪੰਜਾਬ ਦੇ ਵਿੱਚ ਵੱਡਾ ਵਿਨਾਸ਼ ਹੋ ਰਿਹਾ ਮਹਾਰਾਜ। ਸਾਡੇ ਬਹੁਤ ਸਾਰੇ ਮੁਗਲ ਤੁਰਕ ਮਾਰੇ ਗਏ ਹਨ। ਸ੍ਰੀ ਮੁਖ ਤੇ ਫਰਮਾਵਨ ਕਰਿਓ, ਬਹਾਵ ਭਏ ਤੇ ਤੇਜ ਪ੍ਰਹਰਿਓ। ਔਰ ਕਹਿੰਦਾ ਮੇਰੇ ਕੋਲ ਰੋਜ਼ ਖਬਰਾਂ ਆਉਂਦੀਆਂ ਪੰਜਾਬ ਦੇ ਵਿੱਚੋਂ, ਕਦੇ ਕਿਤੇ ਕਤਲੇਆਮ ਹੋ ਗਿਆ, ਕਦੇ ਕਿਤੇ ਕਤਲੇਆਮ ਹੋ ਗਿਆ। ਮਹਾਰਾਜ ਰੋਕਣਾ ਕਰੋ ਆਪਣੇ ਬੰਦੇ ਨੂੰ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਹੁਣ ਉਸ ਦਾ ਪ੍ਰਤਾਪ ਘਟ ਗਿਆ ਹੈ। ਜਦੋਂ ਦਾ ਉਹ ਵਿਆਹ ਕਰਵਾ ਕੇ ਇਸ ਮੋਹ ਮਮਤਾ ਵਿੱਚ ਪੈ ਗਿਆ, ਕਿਉਂਕਿ ਕਿਸੇ ਕੰਮ ਨੂੰ ਕਰਨ ਲਈ ਉਸ ਦੇ ਵਾਸਤੇ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ। ਜੋ ਧਿਆਨ ਸਾਡਾ ਵੱਟ ਜਾਵੇ ਤੇ ਉਹ ਕੰਮ ਜਿਹੜਾ ਥੋੜਾ ਪਿੱਛੇ ਪੈ ਜਾਂਦਾ। ਕੋਈ ਸਤਨਾਮ, ਪਹਿਲਾਂ ਉਹਦਾ ਸਿੱਧਾ ਧਿਆਨ ਜਿਹੜਾ ਸੀਗਾ ਬਦਲਾ ਲੈਣਾ ਸੀਗਾ, ਹੋਰ ਕਿਸੇ ਪਾਸੇ ਧਿਆਨ ਕਨਵਰਟ ਨਹੀਂ ਸੀ ਹੋਇਆ। ਪਰ ਜਦੋਂ ਹੀ ਪਹਾੜੀਏ ਰਾਜੇ ਨੇ ਆਪਣੀ ਲੜਕੀ ਉਸ ਦੇ ਨਾਲ ਵਿਆਹ ਦਿੱਤੀ, ਫਿਰ ਉਸ ਮੋਹ ਮਮਤਾ ਵਿੱਚ ਪੈ ਗਿਆ, ਫਿਰ ਇੱਕ ਹੋਰ ਵਿਆਹ ਕਰਵਾ ਲਿਆ। ਪਾਤਸ਼ਾਹ ਕਹਿੰਦੇ ਹੁਣ ਉਸ ਦਾ ਜਿਹੜਾ ਹੈ ਪ੍ਰਤਾਪ ਘਟ ਗਿਆ, ਭਾਵ ਧਿਆਨ ਘਟ ਗਿਆ। ਕਿਸੇ ਕੰਮ ਨੂੰ ਕਰਨ ਵਾਸਤੇ ਇੱਕ ਜਨੂਨ ਪੈਦਾ ਕਰਨਾ ਪੈਂਦਾ। ਜਦੋਂ ਜਨੂਨ ਪੈਦਾ ਹੋ ਜਾਵੇ ਫਿਰ ਉਹ ਕੰਮ ਜ਼ਰੂਰ ਹੁੰਦਾ, ਕੋਈ ਵੀ ਕੰਮ ਅੜਨ ਵਾਲਾ ਨਹੀਂ ਹੁੰਦਾ। ਤੇ ਹੁਣ ਜਿਹੜਾ ਜਨੂਨ ਬਣਿਆ ਸੀ ਬੰਦਾ ਸਿੰਘ ਬਹਾਦਰ ਦੇ ਵਿੱਚ, ਉਹ ਇਹਨਾਂ ਇਸਤਰੀਆਂ ਦੇ ਮੋਹ ਵਿੱਚ ਪੈ ਗਿਆ ਹੈ, ਤੇ ਉਹਦਾ ਪ੍ਰਤਾਪ ਘਟ ਗਿਆ ਹੈ ਜੀ। ਬਹੁਰ ਖਾਲਸਾ ਹੋਏ ਨਿਆਰਾ, ਹੇਤ ਨਾਸ਼ ਕੋ ਭਾਵ ਹੰਕਾਰਾ। ਔਰ ਹਰਜੂ ਹੰਕਾਰ ਨਾ ਭਾਵੀ ਬੇਦ ਕੂਕ ਸੁਣਾਵੇ। ਹੰਕਾਰ ਦੇ ਕਾਰਨ ਹੁਣ ਇਹ ਖਾਤਮੇ ਵੱਲ ਜਾ ਰਿਹਾ ਹੈ, ਕਿਉਂਕਿ ਇਹਨੂੰ ਹੰਕਾਰ ਹੋ ਗਿਆ ਕਿ ਮੈਂ ਹੀ ਜੰਗਾਂ ਜਿੱਤੀਆਂ ਹਨ, ਜਦੋਂ ਕਿ ਇਹਦੇ ਪਿੱਛੇ ਗੁਰੂ ਸਾਹਿਬ ਦੀ ਬਖਸ਼ਿਸ਼ ਨੇ ਕੰਮ ਕੀਤਾ। ਜੇ ਤੀਰ ਵੀ ਪਾ ਕੇ ਕਮਾਨ ਵਿੱਚ ਇੱਦਾਂ ਕਰਦਾ ਸੀ ਤਾਂ ਸ਼ਹੀਦੀ ਫੌਜਾਂ ਆ ਜਾਂਦੀਆਂ ਤੇ ਮੁਗਲਾਂ ਦੀਆਂ ਫੌਜਾਂ ਦਾ ਖਾਤਮਾ ਹੋ ਜਾਂਦਾ। ਚਾਰ ਛਪੇਰਿਓਂ ਮੁਗਲਾਂ ਦੀਆਂ ਫੌਜਾਂ ਨੂੰ ਘੇਰਾ ਪੈ ਜਾਂਦਾ। ਤੇ ਇਸ ਨੂੰ ਉਹ ਗੁਪਤ ਜਿਹੜੀ ਤਾਕਤ ਸੀ, ਉਸ ਦਾ ਖਿਆਲ ਛੱਡ ਕੇ ਇਸ ਨੇ ਆਪਣੇ ਆਪ ਉੱਤੇ ਹੰਕਾਰ ਕਰ ਲਿਆ ਕਿ ਸ਼ਾਇਦ ਮੈਂ ਹੀ ਸਾਰੇ ਜੰਗ ਜਿੱਤੇ ਹਨ। ਇਹ ਹੰਕਾਰ ਹੀ ਇਹਦੇ ਖਾਤਮੇ ਦਾ ਕਾਰਨ ਬਣੇਗਾ। ਪ੍ਰਾਪਤ ਪਰਟੇ ਸਕਲ ਹਮਾਰੇ, ਗਿਰਪਤ ਦੁਸ਼ਟ ਅਨਿਸ਼ਟ ਪਰਹਾਰੇ। ਸਾਡੇ ਬੰਦਾ ਸਿੰਘ ਬਹਾਦਰ ਨੇ ਜੋ ਕੰਮ ਕਰਨਾ ਸੀ, ਅਸੀਂ ਕਰਵਾਉਣਾ ਸੀ, ਉਹ ਕਰਵਾ ਲਿਆ। ਜੋ ਅਸੀਂ ਕਰਾਉਣਾ ਸੀ ਉਹ ਹੋ ਗਿਆ, ਅਸੀਂ ਬਦਲਾ ਲੈ ਲਿਆ। ਪਹਾੜੀਏ ਦੁਸ਼ਟ ਅਰਿਸ਼ਟ ਜਿਨ੍ਹਾਂ ਨੇ ਸਾਡੇ ਨਾਲ ਦੁਸ਼ਟਾਈ ਕੀਤੀ ਆ, ਝੂਠ ਬੋਲੇ ਹਨ ਸਾਡੇ ਨਾਲ,
ਉਹ ਸਾਰੇ ਮਾਰ ਦਿੱਤੇ ਹਨ, ਬਦਲੇ ਪ੍ਰਾਪਤ ਹੋ ਗਏ ਜੀ। ਔਰ ਸ਼੍ਰੀਅੰਦ ਕੋ ਮਾਰ ਉਜਾਰਾ, ਅਬ ਨਿਕਸੇ ਕਰ ਜੰਗ ਅਖਾਰਾ। ਔਰ ਸਰਹੰਦ ਦਾ ਵੀ ਖਾਤਮਾ ਕਰ ਦਿੱਤਾ ਹੈ। ਸਰਹੰਦ ਦੇ ਉੱਤੇ ਤਾਂ ਬੰਦਾ ਸਿੰਘ ਬਹਾਦਰ ਨੇ ਕਹਿੰਦੇ ਹਲ ਚਲਾਤਾ ਸੀ, ਭਾਵ ਕੋਈ ਬਿਲਡਿੰਗ ਛੱਡੀ ਨਹੀਂ ਸੀ। ਔਰ ਹੁਣ ਜੰਗ ਦਾ ਅਖਾੜਾ ਕਰਕੇ ਉਥੋਂ ਨਿਕਲੇਗਾ। ਲਸ਼ਕਰ ਤੇ ਸੋ ਗਇਓ ਭਲਾਈ, ਦੁਰਗ ਵਿਖੇ ਘੇਰੋ ਪਰ ਜਾਏ। ਔਰ ਜਿਹੜਾ ਉਸਦਾ ਲਸ਼ਕਰ ਸੀ ਉਹ ਵੀ ਉਹਨੂੰ ਛੱਡ ਗਿਆ ਹੈ, ਕਿਉਂਕਿ ਖਾਲਸੇ ਪੰਥ ਨੂੰ ਜਦੋਂ ਪਤਾ ਲੱਗਿਆ ਵੀ ਹੁਣ ਆਪਣੀ ਮਨਮਰਜ਼ੀ ਕਰਦਾ ਹੈ, ਇਸ ਕਰਕੇ ਹੁਣ ਅਸੀਂ ਇਹਦਾ ਸਾਥ ਨਹੀਂ ਦੇ ਸਕਦੇ। ਜਦੋਂ ਕਹਿਣ ਲੱਗਿਆ ਹਰਿਮੰਦਰ ਸਾਹਿਬ ਜਾ ਕੇ ਕਹਿੰਦੇ ਮੇਰੇ ਤੇ ਚੌਰ ਕਰੋ, ਮੇਰੀ ਗੱਲ ਮੰਨੋ, ਮੈਂ ਬਰਾਬਰ ਬੈਠੂੰਗਾ। ਖਾਲਸਾ ਪੰਥ ਨੇ ਕਿਹਾ ਤੈਨੂੰ ਜਰਨੈਲ ਬਣਾਇਆ, ਅਸੀਂ ਜਰਨੈਲੀ ਤੌਰ ਤੇ ਤੈਨੂੰ ਰਾਜਾ ਵੀ ਮੰਨ ਸਕਦੇ ਹਾਂ, ਪਰ ਗੁਰੂ ਦੀ ਬਰਾਬਰੀ ਨਹੀਂ ਹੋ ਸਕਦੀ। ਕਹੋ ਸਤਨਾਮ ਸੀ। ਇਸ ਕਰਕੇ ਕਹਿੰਦੇ ਉਹ ਲਸ਼ਕਰ ਵੀ ਉਸ ਦਾ ਸਾਥ ਛੱਡ ਗਿਆ ਹੈ। ਉਹੇ ਵੈਸ ਲਗ ਸਲਤਨ ਸਾਰੇ, ਬਣੀ ਰਹਿ ਹਮ ਜਥਾ ਉਚਾਰੇ। ਹਾਂ, ਤੈਨੂੰ ਅਸੀਂ ਰਾਜ ਦਿੱਤਾ ਹੈ, ਸਾਡੇ ਬਚਨ ਜਿਹੜੇ ਹਨ ਸਾਰ ਜੇ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਜਿੰਨੀ ਤੇਰੀ ਉਮਰ ਹੈ ਬਹਾਦਰ ਸ਼ਾਹ ਨੂੰ ਕਹਿੰਦੇ ਉਹਨਾਂ ਚਿਰ ਤੇਰਾ ਰਾਜ ਬਣਿਆ ਰਹੇਗਾ। ਪਾਛੇ ਘਨੇ ਉਟਪਤ ਉਤਪਾਤਾ, ਉਜਗਰ ਰਹਿ ਹੋਰ ਕਿਨਾਰ ਘਾਤਾ। ਹਾਂ, ਤੇਰੀ ਜਦ ਉਮਰ ਬਤੀਤ ਹੋਗੀ, ਜਦ ਤੂੰ ਮਰ ਗਿਆ, ਫਿਰ ਬਹੁਤ ਜੰਗ ਹੋਣਗੇ, ਬਹੁਤ ਲੋਕ ਮਾਰੇ ਜਾਣਗੇ, ਫਿਰ ਤੁਹਾਡੇ ਮੁਗਲਾਂ ਦੇ ਕੋਲ ਰਾਜ ਨਹੀਂ ਰਹੇਗਾ। ਜਿਨ ਕਉ ਕੋਇ ਨ ਸਕੈ ਮਿਟਾਈ, ਐਸੇ ਪਰ ਹੈ ਰੌਰ ਸਮੁਦਾਈ। ਤੇਰੇ ਦੇਸ਼ ਵਿੱਚ ਐਸੇ ਐਸੇ ਰੌਲੇ ਪੈਣਗੇ ਜਿਨ੍ਹਾਂ ਨੂੰ ਕੋਈ ਕੰਟਰੋਲ ਕਰਨ ਵਾਲਾ ਨਹੀਂ ਹੋਵੇਗਾ। ਤੋਹੇ ਬਾਪ ਕੈ ਪਾਪ ਕਲਾਪੇ, ਤਿਸ ਕਰ ਕੁਲ ਤੇ ਸਲਤਨ ਖਾਪੇ। ਜਿਹੜੀਆਂ ਤੇਰੇ ਬਾਪ ਨੇ ਗਲਤੀਆਂ ਕੀਤੀਆਂ ਉਹ ਸਾਡੀ ਆਉਣ ਵਾਲੀ ਤੁਹਾਡੀ ਜਨਰੇਸ਼ਨ ਭੁਗਤੇਗੀ। ਬਾਬਾ ਜੀ ਕਹਿੰਦੇ ਬਹਾਦਰ ਸ਼ਾਹ ਨੂੰ, ਆਪਾਂ ਕਈ ਵਾਰੀ ਆਮ ਕਹਾਵਤ ਹੈ, ਜੇ ਕੋਈ ਬੰਦਾ ਗਲਤੀ ਕਰਦਾ ਨਾ ਤੇ ਅੱਗੋਂ ਉਸ ਗਲਤੀ ਨੂੰ ਭੋਗਣ ਵਾਲਾ, ਦੁੱਖ ਨੂੰ ਝੱਲਣ ਵਾਲਾ ਕਹਿੰਦਾ ਤੇਰੇ ਜਵਾਕਾਂ ਦੇ ਅੱਗੇ ਆਉਣਗੀਆਂ। ਕਹੋ ਸਤਨਾਮ ਸੀ। ਉਹ ਗੱਲ ਸਹੀ ਆ। ਬਹਾਦਰ ਸ਼ਾਹ, ਜਿਹੜੀਆਂ ਤੇਰੇ ਬਾਪ ਨੇ ਗਲਤੀਆਂ ਕੀਤੀਆਂ, ਜਿਹੜੇ ਪਾਪ ਕੀਤੇ ਨਾ, ਉਹ ਤੁਹਾਡੀ ਕੁੱਲ ਤੁਹਾਡੀ ਸਲਤਨਤ ਖਤਮ ਹੋ ਜਾਵੇਗੀ ਉਹਨਾਂ ਪਾਪਾਂ ਦੇ ਕਾਰਨ। क्योंकि पापी के मारने को पाप महाबली है। औरंगजेब भी सारे देश का राजा बन गया सी, पर उस दियां गलतियां एडियां वड्डियां वड्डियां कि उसने बेअंत फकीरां दा कतलेआम कीता, अपने भरा दारा शकोह नूं मारिया जिहड़ा कि एक फकीर बंदा सीगा। फिर नौवें पातशाह जी नूं शहीद कीता। ये तां साडे सामने है। होर भी हिंदू फकीर बहुत सारे उसने मारे। गुरु प्यारो सरमद वर्गे फकीर, सरमद फकीर इसने कैद किया होया। और इंग्लैंड तो एक उन्हां दे भेजे हुए बंदे आए औरंगजेब दे कोल ते कहन लगे भी असीं तेरे कोलों सबर दे अर्थ पुछने हैं, सबर संतोख दे। उन्हें बहुत दसे पर ना समझ आए। कहंदे भी इत्थे सुनिया कोई फकीर है तेरे कोल? कहंदे हाँ, जेल च एक फकीर हैगा सरमद। कहंदे जाके उन्होंने पुछ लो। कहंदे उहदे कोले गए। हाँ बई, असीं तुहाडे कोलों सबर संतोख दे अर्थ पुछण आए हैं। वो सरमद फकीर इन्नी पावर रखता सी गुरु प्यारिओ, उसने एक दिन पलंगा जिहा बना के डकियां दा ते एक बच्चे नूं फड़ा दिता। कहंदे जा गली विच होका दे के आ, दिल्ली दा तख्त बकाऊ है जे किसी ने लैना होवे तां। ਉਹ ਐਂ ਕਹਿੰਦਾ ਫਿਰਦਾ। ਸਿਪਾਹੀਆਂ ਨੇ ਪੁੱਛਿਆ ਵੀ ਤੈਨੂੰ ਕਿਹਨੇ ਕਿਹਾ? ਕਹਿੰਦਾ ਮੈਨੂੰ ਸਰਮਦ ਫਕੀਰ ਨੇ ਭੇਜਿਆ। ਉਹ ਸਿਪਾਹੀਆਂ ਨੇ ਔਰੰਗਜ਼ੇਬ ਨੂੰ ਦੱਸਿਆ। ਕਹਿੰਦੇ ਸਰਮਦ ਫਕੀਰ ਦਿੱਲੀ ਦਾ ਤਖਤ ਵੇਚਣ ਦਾ ਹੋਕਾ ਦੇਈ ਜਾਂਦਾ ਹੈ। ਕਹਿੰਦੇ ਲਿਆਓ ਸੱਦ ਕੇ ਬੱਚੇ ਨੂੰ, ਹੁਣ ਦਿਓ 10-20 ਹਜ਼ਾਰ ਤੇ ਉਦੋਂ ਫੜੋ ਮੰਜਾ ਜਾ, ਇਹ ਤਾਂ ਉਹਦੇ ਬਚਨ ਚੱਲ ਜਾਣਗੇ, ਤਖਤ ਦਿੱਲੀ ਦਾ ਆਪਣੇ ਕੋਲੋਂ ਖੋਇਆ ਜਾਵੇਗਾ। ਕੋਈ ਸਤਨਾਮ ਸੀ। ਐਸਾ ਫਕੀਰ ਸੀ ਉਹ। ਉਹਨੇ ਪੁੱਛਿਆ ਸਬਰ ਸੰਤੋਖ ਦੇ ਅਰਥ ਦੱਸੋ। ਕਹਿੰਦੇ ਐਦਾਂ ਕਰੀ ਫਿਰ ਕੱਲ੍ਹ ਨੂੰ ਇੱਕ ਪਾਣੀ ਦਾ ਘੜਾ ਭਰ ਕੇ ਲਿਆਓ ਤੇ ਇੱਕ ਸੁੱਚੀ ਚਾਦਰ ਲਿਆਓ ਨਵੀਂ, ਮੈਂ ਤੁਹਾਨੂੰ ਵਾਰ ਦੱਸਾਂਗਾ। ਲਿਆਂਦਾ ਗਿਆ। ਦੂਜੇ ਦਿਨ ਕਹਿੰਦੇ ਉਹ ਪਾਣੀ ਨਾਲ ਇਸ਼ਨਾਨ ਕੀਤਾ, ਸਰੀਰ ਤੇ ਚਾਦਰ ਦੀ ਗਲਾਤਰੀ ਮਾਰੀ ਔਰ ਫਿਰ ਕਹਿਣ ਲੱਗੇ ਦੇਖੋ। ਉਹਨੇ ਆਪਣੀ ਸ਼ਕਤੀ ਨਾਲ ਦਿਖਾਇਆ। ਗੁਰੂ ਪਿਆਰਿਓ, ਇੱਕ ਪਾਸੇ ਉਸ ਨੂੰ ਛਾਂਟਿਆਂ ਨਾਲ ਕੁੱਟਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਉਹਦੇ ਕੋਲ ਐਸੀਆਂ ਸ਼ਕਤੀਆਂ ਖੜੀਆਂ ਹੱਥ ਬੰਨ੍ਹ ਕੇ। ਉਹ ਕਹਿੰਦੀਆਂ ਸਾਨੂੰ ਹੁਕਮ ਦੇ, ਅਸੀਂ ਔਰੰਗਜ਼ੇਬ ਦਾ ਤਖਤ ਉਲਟਾ ਦਿੰਦੇ ਹਾਂ। ਪਰ ਇਹ ਕਹਿ ਰਿਹਾ ਨਹੀਂ,
ਆਪਾਂ ਕੁਛ ਨਹੀਂ ਕਰਨਾਗਾ। ਇੰਨੀ ਸ਼ਕਤੀ ਸੀ ਉਹਦੇ ਕੋਲੇ, ਤੇ ਸਬਰ ਨੂੰ ਸੰਭਾਲਦਿਆਂ ਹੋਇਆਂ ਉਸਨੇ ਉਹਨਾਂ ਸ਼ਕਤੀਆਂ ਨੂੰ ਆਗਿਆ ਨਹੀਂ ਦਿੱਤੀ ਔਰੰਗਜ਼ੇਬ ਨੂੰ ਖਤਮ ਕਰਨ ਦੀ। ਇਹਨੂੰ ਆਪਣੇ ਪਾਪਾਂ ਦਾ ਫਲ ਆਪੇ ਭੁਗਤਣਾ ਪਵੇਗਾ, ਆਪਾਂ ਨੂੰ ਲੋੜ ਨਹੀਂ ਹੈ। ਇਸੇ ਤਰ੍ਹਾਂ ਸੰਤੋਖ ਦੇ ਬਾਰੇ ਵੀ ਉਸ ਨੂੰ ਅਰਥ ਕਰਕੇ ਵਿਖਾਏ, ਭਾਵ ਤਜਰਬਾ ਕਰਾਇਆ, ਪ੍ਰੈਕਟੀਕਲ ਕਰਕੇ ਵਿਖਾਇਆ। ਉਹ ਬਾਹਰਲੇ ਆਏ ਬੰਦੇ ਖੁਸ਼ ਹੋ ਕੇ ਗਏ ਤੇ ਉਹ ਚੀਜ਼ ਲੈ ਕੇ ਗਏ, ਭਾਵੇਂ ਕਿ ਔਰੰਗਜ਼ੇਬ ਨੇ ਸਰਮਦ ਫਕੀਰ ਨੂੰ ਵੀ ਨਹੀਂ ਛੱਡਿਆਗਾ, ਇਹ ਆਪਣੀ ਮਸਤੀ ਵਿੱਚ ਰਹਿੰਦਾ ਸੀ। ਤਾਂ ਇੱਥੇ 10ਵੇਂ ਪਾਤਸ਼ਾਹ ਕਹਿੰਦੇ ਜਿਹੜੇ ਤੇਰੇ ਬਾਪ ਦੇ ਪਾਪ ਕੀਤੇ ਹੋਏ ਆ ਨਾ, ਹੁਣ ਇਹਨਾਂ ਦਾ ਫਲ ਤੁਹਾਡੀਆਂ ਕੁੱਲਾਂ ਭੋਗਣਗੀਆਂ ਜੀ। ਅਬਨੀ ਪਤ ਹਵੈ ਅਨਕ ਪ੍ਰਕਾਰੇ, ਅਰਨ ਲਰਣੇ ਅਰਨ ਪ੍ਰਹਾਰੇ। ਔਰ ਸਾਡਾ ਖਾਲਸਾ ਜਿਹੜਾ ਹੈ ਧਰਤੀ ਦਾ ਮਾਲਕ ਹੋ ਜਾਵੇਗਾ, ਅੜੇਗਾ ਲੜੇਗਾ, ਵੈਰੀਆਂ ਨੂੰ ਮਾਰੇਗਾ। ਸੁਨ ਕਰ ਸ਼ਾਹ ਬਹਾਦਰ ਹਰਖਿਓ, ਮੋਹਿ ਰਾਜ ਤਿਰ ਹੋਏ ਔਰ ਪਰਖਿਓ। ਥੋੜੀ ਜੀ ਖੁਸ਼ੀ ਹੋਈ ਵੀ ਚੱਲ ਯਾਰ ਜਿੰਨੇ ਤੱਕ ਮੇਰੀਆਂ ਅੱਖਾਂ ਖੁੱਲੀਆਂ ਮੈਂ ਜਿਉਣਾ, ਮੇਰਾ ਤਾਂ ਰਾਜ ਚੱਲਦਾ ਰਹੇਗਾ, ਚੱਲ ਇੰਨਾ ਹੀ ਬਹੁਤ ਹੈ, ਮਰਨ ਤੋਂ ਬਾਅਦ ਵੇਖੀ ਜਾਓਗੇ। ਪਾਛੇ ਕੀ ਪਾਛੇ ਹੋਏ ਜੈਸੇ, ਕਰਹਿ ਖੁਦਾਏ ਲਖੈ ਕੋ ਕੈਸੇ। ਪਿੱਛੋਂ ਕੀ ਹੁੰਦਾ ਹੈ, ਆਪ ਮਰੇ ਜੱਗ ਪਰ ਲੋ, ਪਿੱਛੋਂ ਖੁਸ਼ੀ ਹੋਵੇ, ਚੱਲ ਆਪਣੀ ਜ਼ਿੰਦਗੀ ਵਿੱਚ ਤਾਂ ਰਾਜ ਭੋਗ ਲਵਾਂਗਾ। ਸ੍ਰੀ ਸਤਿਗੁਰ ਤੁਮ ਮੋਹਿ ਸਹਾਇਕ, ਭੂਤ ਭਵਿਖ ਬਿਗਨ ਕੇ ਕਾਇਕ। ਸ਼ੁਕਰ ਹੈ ਮਹਾਰਾਜ ਤੁਸੀਂ ਮੇਰੀ ਮਦਦ ਕਰਨੀ, ਸਹਾਇਤਾ ਕਰਨੀ। ਜਿਵੇਂ ਭੂਤ ਪਿੱਛੇ ਕੀਤੀ ਐਵੇਂ ਭਵਿੱਖ ਆਉਣ ਵਾਲੇ ਸਮੇਂ ਵਿੱਚ ਵੀ ਵਿਘਨਾਂ ਦਾ ਖਾਤਮਾ ਕਰਿਓ। ਸ਼ਰਨ ਪਰੇ ਕੀ ਪਤ ਮਮ ਰਾਖਾ, ਭਈ ਸਾਚ ਜਿਮ ਰਾਵਰ ਪਾਖੀ। ਜਿਵੇਂ ਤੁਸੀਂ ਕਿਹਾ ਮਹਾਰਾਜ ਉਵੇਂ ਹੀ ਹੁੰਦਾ ਰਿਹਾ ਹੈ। ਮੈਂ ਤੁਹਾਡੀ ਸ਼ਰਨ ਵਿੱਚ ਆਇਆ ਤੇ ਮੇਰੀ ਲਾਜ ਰੱਖੀ ਆ। ਇਹੋ ਆਏ ਸੇ ਅਬ ਕਰੋ ਚੜਾਈ, ਦਰਸ਼ਨ ਕਰੋ ਬਹੁਰ ਮੈਂ ਆਈ। ਹੁਣ ਮੈਂ ਆਗਿਆ ਚਾਹਣਾ ਮਹਾਰਾਜ, ਮੈਂ ਦੱਖਣ ਦਾ ਇਲਾਕਾ ਜਿੱਤ ਲਿਆ ਹੈ, ਹੁਣ ਦੂਜੇ ਪਾਸੇ ਜਾਣਾ, ਮੈਨੂੰ ਜਾਣ ਦੀ ਆਗਿਆ ਦੇਣੀ ਕਰੋ ਜੀ। ਸ੍ਰੀ ਮੁਕਤੇ ਮੁਸਕਤ ਫਰਮਾਇਓ, ਦਰਸ਼ਨ ਹੋਏ ਰਹੇ ਜਿਮ ਪਾਇਓ। ਕਹਿੰਦਾ ਮੈਂ ਫੇਰ ਦਰਸ਼ਨ ਕਰਾਂਗਾ। ਠੀਕ ਹੈ, ਜਿਵੇਂ ਤੇਰੀ ਭਾਵਨਾ ਹੈ, ਦਰਸ਼ਨ ਹੋ ਜਾਣਗੇ। ਗਮਨਾ ਹੋ ਵਿਚਰੋ ਦਖਣ ਦੇਸ਼, ਕਰ ਲੀਜੈ ਅਨੁਸਾਰ ਅਸ਼ੇਸ਼। ਜਾਓ ਚਲੇ ਜਾਓ, ਫਿਰ ਜਿੱਧਰ ਜਾਣਾ ਹੈ ਆਪਣਾ ਰਾਜ ਭਾਗ ਕਾਇਮ ਕਰੋ। ਹੁਣ ਦਿੱਲੀ ਕੇ ਤਖਤ ਸੁਹਾਵਹੁ, ਆਰ ਬਲਾ ਲਗ ਰਾਜ ਕਮਾਵਹੁ। ਫੇਰ ਦਿੱਲੀ ਦੇ ਤਖਤ ਤੇ ਬੈਠ ਕੇ ਆਪਣੀ ਰਹਿੰਦੀ ਉਮਰ ਤੱਕ ਰਾਜ ਭੋਗ ਲਈ। ਉਠਿਓ ਬੰਦਨਾ ਕਰ ਤਬ ਸ਼ਾਹੂ, ਸਿਰ ਪਾਉ ਦੀਨਾ ਗੁਰ ਤਾਹੂ। ਤੋ ਬਹਾਦਰ ਸ਼ਾਹ ਆਗਿਆ ਲੈ ਕੇ ਨਮਸਕਾਰ ਕਰਕੇ ਖੜਾ ਹੋਇਆ ਤੇ ਪ੍ਰੀਤਮ ਨੇ ਆਪਣੇ ਕੋਲੋਂ ਇੱਕ ਕੀਮਤੀ ਦੁਸ਼ਾਲਾ ਸਰੋਪੇ ਦੇ ਰੂਪ 'ਚ ਦਿੱਤਾ ਹੈ। ਅਤਰ ਨਮੋ ਕਰ ਸੰਗ ਸਿਧਾਰੇ, ਸਿਫਤ ਉਚਰਤੇ ਸਿਵਰ ਪਧਾਰੇ। ਔਰ ਬਾਕੀਆਂ ਨੇ ਵੀ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਬਹਾਦਰ ਸ਼ਾਹ ਨਾਲ ਜਾਂਦੇ ਸਿਫਤਾਂ ਕਰਦੇ ਜਾ ਰਹੇ ਹਨ। ਨਿਸਬਿਤਾਏ ਪ੍ਰਾਤੀ ਚੜ ਗਇਓ, ਦਖਨ ਦੇਸ਼ ਵਿਚਰ ਤੋ ਪਇਓ। ਅੱਜ ਦੀ ਰਾਤ ਇੱਥੇ ਕੱਟੀ ਬਹਾਦਰ ਸ਼ਾਹ ਨੇ। ਦੂਜਾ ਦਿਨ ਚੜ੍ਹਦਿਆਂ ਇਸ ਨੇ ਪੜਾਓ ਛੱਡਿਆ ਤੇ ਚਾਲੇ ਪਾ ਦਿੱਤੇ ਫੌਜਾਂ ਸਮੇਤ। ਅਬ ਚਲ ਨਗਰ ਗੁਰੂ ਤੇਰ ਰਹੇ, ਕਰਨ ਪਿਆਨ ਬੈਕੁੰਠੇ ਚਹੇ। ਮੇਰੇ ਪ੍ਰੀਤਮ ਜੀ ਅਬਚਲ ਨਗਰ ਹਜੂਰ ਸਾਹਿਬ ਹੀ ਪੜਾ ਕਰਕੇ ਬੈਠੇ ਹਨ, ਵਿਰਾਜਮਾਨ ਹਨ। ਹੁਣ ਆਉਣ ਵਾਲੇ ਸਮੇਂ ਨੂੰ ਉਡੀਕ ਰਿਹਾ ਜਦੋਂ ਇਹਨਾਂ ਨੇ ਅਲੋਪ ਹੋਣਾ ਹੈ। ਦੋਹਰਾ ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਕੇਤਕ ਦਿਵਸ ਬਿਤਾਏ, ਦੋਏ ਸਮੈ ਮੈਂ ਖਾਲਸਾ ਆਵੈ ਦਰਸ਼ਨ ਪਾਏ। ਅਗਲੀ ਕਥਾ ਚੱਲਦੀ ਹੈ ਸਤਿਗੁਰਾਂ ਦੇ ਅਲੋਪ ਹੋਣ ਦਾ ਕਾਰਨ। ਹੀਲੇ ਰਿਜ਼ਕ ਬਹਾਨੇ ਮੌਤ, ਭਾਵ ਕੀ ਬਹਾਨਾ ਬਣਾਉਂਦੇ ਆ ਸਤਿਗੁਰੂ ਦੁਨੀਆ ਵਿੱਚੋਂ ਅਲੋਪ ਹੋਣ ਦਾ। ਗੁਲਖਾਂ ਪਠਾਨ ਜਿਨ੍ਹਾਂ ਨੇ ਸਤਿਗੁਰਾਂ ਦੇ ਆਰਾਮ ਕਰਦਿਆਂ ਦੇ ਵੱਖੀ ਵਾਲੇ ਪਾਸੇ ਖੰਜਰ ਮਾਰਿਆ ਸੀਗਾ, ਉਹ ਬਹਾਨਾ ਸਤਿਗੁਰ ਨੇ ਕਿਵੇਂ ਬਣਾਇਆ ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਵਿਚਾਰਾਂ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्वमय दुख भंजन गुणतास, हे संगी हे निरंकार हे निर्गुण सब एक, हे गोविंद हे गुण निदान जाके सदा विवेक, हे अपरंपर हर हरे है पियोवन,
हे संत कह सदा संग हे ठाकुर हूँ दासरो निर्गुण गुण नहीं कोई नानक दीजै नाम दान राखो हिया परोई आए प्रभ शरणागति कृपा निध दयाल एक अखर हर मन बसत नानक होत निहाल एक अंकारा सतगुरु तह प्रकाश सच होए वाहिगुरु जी की फतेह है विघ्न विनाशन सोए एक अंकारा सतगुरु ते प्रसाद सच हो वाहिगुरु जी की फतेह है विघ्न विनाशन सोए वाहिगुरु जी का खालसा वाहिगुरु जी की ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਬਤ